ਵੈਲਕਮ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਪਸੰਦੀਦਾ ਚੈਨਲ ਪੋਜ਼ਿਟਿਵ ਵਾਈਬਸ ਦੇ ਉੱਪਰ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਸ ਚੈਨਲ ਦੇ ਉੱਪਰ ਆਪਾਂ ਜਨਰਲ ਸਟੱਡੀਜ਼ ਦੀ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਜਿਹਦੇ 'ਚ ਆਪਾਂ ਪਹਿਲਾ ਸਬਜੈਕਟ ਚੂਜ਼ ਕੀਤਾ ਹੈ ਪੋਲਿਟੀ। ਸੋ ਪੋਲਿਟੀ ਦੇ ਵਿੱਚ ਆਪਾਂ ਪਹਿਲੇ ਹੀ 2-3 ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ। ਸੋ ਅੱਜ ਜਿਹੜਾ ਨੈਕਸਟ ਵੀਡੀਓ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਟੌਪਿਕ ਡਿਸਕਸ ਕਰਨ ਜਾ ਰਹੇ ਹਾਂ, ਉਹ ਪੋਲਿਟੀ ਦਾ ਟੌਪਿਕ ਕੀ ਹੈ? ਯੂਨੀਅਨ ਐਂਡ ਇਟਸ ਟੈਰੀਟਰੀਜ਼। ਸੋ ਲੈਟਸ ਸਟਾਰਟ। ਦੇਖੋ, ਆਪਾਂ ਨੂੰ ਇਹ ਚੀਜ਼ ਕਲੀਅਰ ਹੈ ਕਿ ਜਿਹੜਾ ਆਪਣਾ ਕੌਨਸਟੀਟਿਊਸ਼ਨ ਆਫ ਇੰਡੀਆ ਹੈਗਾ ਉਹਨੂੰ ਕਿੰਨੇ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ? 22 ਪਾਰਟਸ ਦੇ ਵਿੱਚ। ਲੇਕਿਨ ਜੋ ਯੂਨੀਅਨ ਐਂਡ ਇਟਸ ਟੈਰੀਟਰੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਹ ਕੌਨਸਟੀਟਿਊਸ਼ਨ ਦੇ ਕਿਸ ਪਾਰਟ ਦੇ ਵਿੱਚ ਮੈਂਸ਼ਨਡ ਹੈ? ਇਹ ਆਪਣੇ ਕੋਲੇ ਪਾਰਟ 1 ਦੇ ਵਿੱਚ ਦਿੱਤੀ ਹੋਈ ਹੈ। ਕਲੀਅਰ। ਦੂਸਰੀ ਗੱਲ ਕਿ ਪਾਰਟ 1 ਦੇ ਵਿੱਚ ਅਗਰ ਇਹ ਦਿੱਤੀ ਹੋਈ ਹੈ ਤਾਂ ਉਹਦੇ ਲਈ ਕੋਈ ਨਾ ਕੋਈ ਆਰਟੀਕਲ ਵੀ ਹੋਣਗੇ। ਫੋਰ ਐਗਜ਼ਾਮਪਲ ਆਪਾਂ ਪਾਰਟ 3 ਦੇ ਵਿੱਚ ਡਿਸਕਸ ਕੀਤਾ ਸੀਗਾ, ਆਪਣੇ ਕੋਲੇ ਕੀ ਸੀਗਾ? ਫੰਡਾਮੈਂਟਲ ਰਾਈਟਸ, ਜਿਹਨੂੰ ਆਪਾਂ ਕੀ ਬੋਲਦੇ ਸੀਗੇ? ਮੈਗਨਾ ਕਾਰਟਾ ਆਫ ਦਾ ਕੌਨਸਟੀਟਿਊਸ਼ਨ। ਇਹਦੇ ਲਈ ਵੀ ਆਪਣੇ ਕੋਲ ਆਰਟੀਕਲ ਸੀ, ਆਰਟੀਕਲ 12 ਤੋਂ ਲੈ ਕੇ ਆਰਟੀਕਲ ਨੰਬਰ 35 ਤੱਕ। ਤਾਂ ਸਿਮਿਲਰਲੀ ਜਿਹੜਾ ਪਾਰਟ 1 ਹੈ, ਪਾਰਟ 1 ਦੇ ਵਿੱਚ ਵੀ ਜਿਹੜੇ ਆਰਟੀਕਲ ਹੋਣੇ ਆ ਉਹ ਆਪਣੇ ਕੋਲ ਕੀ ਹੋਏਗਾ? ਆਰਟੀਕਲ ਨੰਬਰ 1 ਤੋਂ ਲੈ ਕੇ ਆਰਟੀਕਲ ਨੰਬਰ 4। ਅਗਰ ਆਪਾਂ ਯੂਨੀਅਨ ਜਾਂ ਇਹਦੀ ਟੈਰੀਟਰੀ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਲਈ ਆਪਣੇ ਕੋਲ ਕੀ ਹੋਏਗਾ? ਆਰਟੀਕਲ ਕਿਹੜਾ ਹੋਏਗਾ? ਆਰਟੀਕਲ 1 ਤੋਂ ਲੈ ਕੇ 4 ਤੱਕ। ਦੂਸਰੀ ਗੱਲ ਕਿ ਆਪਾਂ ਨੂੰ ਪਤਾ ਜਿਹੜਾ ਕੌਨਸਟੀਟਿਊਸ਼ਨ ਜਦੋਂ ਬਣਿਆ ਸੀਗਾ ਤਾਂ ਉਦੋਂ ਸਟਾਰਟਿੰਗ ਦੇ ਵਿੱਚ ਆਪਣੇ ਕੋਲ ਕਿੰਨੇ ਸ਼ਡਿਊਲ ਸੀਗੇ? 8 ਸ਼ਡਿਊਲ। ਉਸ ਤੋਂ ਬਾਅਦ ਆਪਾਂ 4 ਸ਼ਡਿਊਲ ਆਪਾਂ ਇਹਦੇ ਵਿੱਚ ਐਡ ਕਰਤੇ ਆ, ਤਾਂ ਟੋਟਲ ਹੁਣ ਆਪਣੇ ਕੋਲ ਕਿੰਨੇ ਹੈ? 12 ਸ਼ਡਿਊਲਸ। ਤਾਂ ਜਿਹੜਾ ਯੂਨੀਅਨ ਐਂਡ ਟੈਰੀਟਰੀ ਹੈ, ਸਾਡੇ ਜਿਹੜੇ ਕੀ ਹੈ ਸਟੇਟ ਹੈ ਜਾਂ ਯੂਟੀਜ਼ ਦੇ ਨਾਮ ਹੈ, ਉਹ ਕਿਸ ਸ਼ਡਿਊਲ ਦੇ ਵਿੱਚ ਲਿਖੇ ਹੋਏ ਆ? ਉਹ ਆਪਣੇ ਕੋਲੇ ਫਸਟ ਸ਼ਡਿਊਲ ਆਫ ਦਾ ਕੌਨਸਟੀਟਿਊਸ਼ਨ ਉਹਦੇ ਵਿੱਚ ਲਿਖੇ ਹੋਏ ਆ। ਤਾਂ ਇਹਦੇ 'ਚ ਤੁਹਾਡੇ ਕੋਲ 3 ਪੁਆਇੰਟ ਕਲੀਅਰ ਹੋ ਗਏ। ਇੱਕ ਤਾਂ ਕੀ ਹੈ ਕਿ ਫਸਟ ਸ਼ਡਿਊਲ ਆਫ ਦਾ ਕੌਨਸਟੀਟਿਊਸ਼ਨ, ਉਹਦੇ ਵਿੱਚ ਕੀ ਹੈ? ਨੇਮ ਆਫ ਦਾ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼। ਦੂਸਰਾ ਕੀ ਹੈ ਕਿ ਯੂਨੀਅਨ ਐਂਡ ਇਟਸ ਟੈਰੀਟਰੀ, ਇਹ ਕਿੱਥੇ ਮੈਂਸ਼ਨਡ ਹੈ? ਪਾਰਟ 1 ਦੇ ਵਿੱਚ। ਔਰ ਪਾਰਟ 1 ਦੇ ਵਿੱਚ ਜਿਹੜੇ ਆਰਟੀਕਲ ਆਪਾਂ ਡਿਸਕਸ ਕਰਨੇ ਆ ਉਹ ਕੀ ਹੈ? ਆਰਟੀਕਲ 1 ਤੋਂ ਲੈ ਕੇ ਆਰਟੀਕਲ 4 ਤੱਕ। ਹੁਣ ਆਪਾਂ ਕੀ ਹੈ ਪਹਿਲੇ ਦੇਖਦੇ ਹਾਂ ਕਿ ਆਰਟੀਕਲ 1 ਦਾ ਕੀ ਮਤਲਬ ਹੈ। ਹੁਣ ਆਰਟੀਕਲ 1 ਦੇ ਵਿੱਚ ਕੀ ਕਰਦਾ ਹੈਗਾ? ਜਸਟ ਇਹ ਆਪਾਂ ਨੂੰ ਇਹ ਦੱਸਦਾ ਹੈ ਕਿ ਇੰਡੀਆ ਨੂੰ ਕਿਸ ਤਰ੍ਹਾਂ ਡਿਸਕ੍ਰਾਈਬ ਕੀਤਾ ਹੋਇਆ ਹੈਗਾ। ਸੋ ਆਰਟੀਕਲ ਇੰਡੀਆ ਡਿਸਕ੍ਰਾਈਬਸ ਦੈਟ ਭਾਰਤ ਐਜ਼ ਅ ਯੂਨੀਅਨ ਆਫ ਸਟੇਟਸ। ਤਾਂ ਆਪਾਂ ਕੀ ਲਿਖਿਆ ਕੀ ਹੋਇਆ? ਇੰਡੀਆ ਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਹਾਂ? ਐਜ਼ ਅ ਯੂਨੀਅਨ ਆਫ ਸਟੇਟਸ। ਇਹਨੂੰ ਆਪਾਂ ਐਜ਼ ਇਟ ਇਜ਼ ਹੀ ਯਾਦ ਕਰਨਾ ਹੈਗਾ। ਕਈ ਵਾਰ ਕੁਐਸਚਨ ਆਪਣੇ ਕੋਲ ਇਹ ਆ ਜਾਂਦਾ ਕਿ ਆਰਟੀਕਲ 1 ਦੇ ਵਿੱਚ ਇੰਡੀਆ ਦਾ ਕੀ ਨਾਮ ਹੈ, ਤਾਂ ਉੱਥੇ ਆਪਾਂ ਕੀ ਲਿਖਿਆ ਹੋਇਆ ਹੈਗਾ? ਭਾਰਤ ਐਜ਼ ਯੂਨੀਅਨ ਆਫ ਸਟੇਟਸ। ਨੈਕਸਟ ਕੀ ਹੈ? ਦੇਖੋ ਇਹਦੇ ਕੋਲ ਕੀ ਹੈ, ਆਪਣੇ ਕੋਲ 2 ਟਰਮਸ ਆਪਣੇ ਕੋਲ ਆਉਂਦੀਆਂ ਨੇ, ਇੱਕ ਯੂਨੀਅਨ ਆਫ ਸਟੇਟਸ, ਇੱਕ ਟੈਰੀਟਰੀ ਆਫ ਇੰਡੀਆ। ਹੁਣ ਜਦੋਂ ਆਪਾਂ ਯੂਨੀਅਨ ਆਫ ਸਟੇਟਸ ਦੀ ਗੱਲ ਕਰਦੇ ਹਾਂ ਤਾਂ ਇਟ ਮੀਨਸ ਕਿ ਆਪਾਂ ਸਿਰਫ ਗੱਲ ਕਿਹਦੀ ਕਰ ਰਹੇ ਹਾਂ? ਸਿਰਫ ਤੇ ਸਿਰਫ ਸਟੇਟਸ ਦੀ ਗੱਲ ਕਰ ਰਹੇ ਹਾਂ। ਅਗਰ ਆਪਾਂ ਇੰਡੀਆ ਦੇ ਕੰਟੈਕਸਟ 'ਚ ਗੱਲ ਕਰੀਏ ਤਾਂ ਵੀ ਆਰ ਟਾਕਿੰਗ ਅਬਾਊਟ ਓਨਲੀ 28 ਸਟੇਟਸ ਆਫ ਦਾ ਇੰਡੀਆ। 28 ਦੀਆਂ 28 ਸਟੇਟਸ ਦੀ ਗੱਲ ਕਰ ਰਹੇ ਹਾਂ। ਇਹਦੇ ਵਿੱਚ ਜਿਹੜੀਆਂ ਆਪਣੀਆਂ ਯੂਟੀਜ਼ ਹੈ, ਯੂਟੀਜ਼ ਇਹਦੇ 'ਚ ਇਨਕਲੂਡਡ ਨਹੀਂ ਹੈ। ਇਹ ਚੀਜ਼ ਨੂੰ ਇੰਸ਼ੋਰ ਕਰ ਲੈਣਾ ਕਿ ਯਾਦ ਰਹਿਣੀ ਚਾਹੀਦੀ ਹੈ ਤੁਹਾਨੂੰ ਕਿ ਯੂਨੀਅਨ ਆਫ ਸਟੇਟਸ ਦੇ ਵਿੱਚ ਆਪਾਂ ਡਿਸਕਸ ਕੀ ਕਰਦੇ ਹਾਂ? ਇਟ ਇਨਕਲੂਡਸ ਓਨਲੀ ਸਟੇਟਸ, ਯੂਟੀਜ਼ ਇਹ 'ਚ ਇਨਕਲੂਡਡ ਨਹੀਂ ਹੈ। ਫਿਰ ਯੂਟੀ ਕਿੱਥੇ ਹੋਏਗੀ? ਉਹ ਆਪਣੇ ਕੋਲ ਸੈਕਿੰਡ ਟਰਮ ਹੈ, ਦੈਟ ਇਜ਼ ਟੈਰੀਟਰੀ ਆਫ ਇੰਡੀਆ। ਇਹਨੂੰ ਆਪਾਂ ਕੀ ਯੂਜ਼ ਕਰਦੇ ਹਾਂ? ਵਾਈਡਰ ਐਕਸਪ੍ਰੈਸ਼ਨ ਦੇ ਵਿੱਚ ਮੀਨਸ ਇਹਦੇ ਵਿੱਚ ਸਟੇਟਸ ਵੀ ਹੋਏਗਾ ਔਰ ਪਲੱਸ ਆਪਣੇ ਕੋਲ ਉਹਦੇ ਨਾਲ ਕੀ ਹੋਏਗਾ? ਆਪਣੇ ਕੋਲੇ ਯੂਨੀਅਨ ਟੈਰੀਟਰੀਜ਼ ਕੀ ਹੈ? ਯੂਨੀਅਨ ਟੈਰੀਟਰੀਜ਼ ਵੀ ਹੈ। ਇਟ ਮੀਨਸ ਕਿ ਟੈਰੀਟਰੀ ਆਫ ਇੰਡੀਆ ਮੀਨਸ ਕੀ ਹੈ? ਸਟੇਟਸ, 28 ਸਟੇਟਸ ਪਲੱਸ 8 ਯੂਨੀਅਨ ਟੈਰੀਟਰੀਜ਼। ਤਾਂ ਇਹ ਕਿਸ ਕੈਟਾਗਰੀ ਦੇ ਵਿੱਚ ਆਏਗਾ? ਟੈਰੀਟਰੀ ਆਫ ਇੰਡੀਆ। ਹੁਣ ਪੇਪਰ 'ਚ ਕੁਐਸਚਨ ਕੀ ਆਏਗਾ ਤੁਹਾਡੇ ਕੋਲ ਐਗਜ਼ਾਮ ਦੇ ਵਿੱਚ ਕਿ ਯੂਨੀਅਨ ਆਫ ਸਟੇਟਸ ਇਨਕਲੂਡਸ ਸਟੇਟਸ ਓਨਲੀ, ਯੂਨੀਅਨ ਟੈਰੀਟਰੀ ਓਨਲੀ, ਯੂਨੀਅਨ ਟੈਰੀਟਰੀ ਐਂਡ ਸਟੇਟ, ਜਾਂ ਨਨ ਆਫ ਦਾ ਅਬਵ। ਤਾਂ ਆਪਣੇ ਕੋਲ ਉੱਤੇ ਸਿੰਪਲ ਜਿਹਾ ਆਨਸਰ ਹੋਏਗਾ ਯੂਨੀਅਨ ਆਫ ਸਟੇਟ ਦੇ ਵਿੱਚ ਆਪਾਂ ਕੀ ਕੰਸੀਡਰ ਕਰਦੇ ਹਾਂ? ਓਨਲੀ ਸਟੇਟ। ਔਰ ਫਿਰ ਆਏਗਾ ਕਿ ਟੈਰੀਟਰੀ ਆਫ ਇੰਡੀਆ ਇਨਕਲੂਡਸ ਸਟੇਟਸ ਓਨਲੀ, ਟੈਰੀਟਰੀ ਯੂਟੀਜ਼ ਓਨਲੀ, ਯੂਟੀਜ਼ ਐਂਡ ਸਟੇਟਸ ਓਨਲੀ, ਜਾਂ ਨਨ ਆਫ ਦਾ ਅਬਵ। ਤਾਂ ਉੱਥੇ ਆਪਣੇ ਕੋਲ ਆਨਸਰ ਕੀ ਹੋਏਗਾ ਕਿ ਟੈਰੀਟਰੀ ਆਫ ਇੰਡੀਆ ਮੀਨਸ ਸਟੇਟਸ ਐਂਡ ਯੂਟੀਜ਼। ਇਹ ਕੁਐਸਚਨ ਤੁਹਾਡੇ ਆ ਜਾਂਦੇ ਆ ਕਈ ਵਾਰ ਇਸ ਟੌਪਿਕ ਦੇ ਵਿੱਚੋਂ। ਨੈਕਸਟ ਆਪਣੇ ਕੋਲ ਕੀ ਹੈ ਕਿ ਐਟ ਪ੍ਰੈਜ਼ੈਂਟ ਜਿਹੜਾ ਫੈਕਚੁਅਲ ਡਾਟਾ ਹੈਗਾ ਕਿ ਇੰਡੀਆ ਦੇ ਵਿੱਚ ਕਿੰਨੀਆਂ ਸਟੇਟਸ ਆ ਔਰ ਕਿੰਨੀਆਂ ਯੂਨੀਅਨ ਟੈਰੀਟਰੀਜ਼ ਹੈ। ਤਾਂ ਆਪਣੇ ਕੋਲ 28 ਸਟੇਟਸ ਐਂਡ 8 ਯੂਨੀਅਨ ਟੈਰੀਟਰੀਜ਼ ਹੈ। ਹੁਣ 28 ਸਟੇਟ ਆਪਣੇ ਕੋਲ ਕਿਹੜੀ ਬਣੀ ਸੀਗੀ? ਅਦਰਵਾਈਜ਼ ਆਪਾਂ ਦੇਖਿਆ ਜਾਵੇ ਤਾਂ ਆਪਣੇ ਕੋਲ ਬਣੀ ਸੀਗੀ ਝਾਰਖੰਡ। ਠੀਕ ਹੈ, 28 ਸਟੇਟ ਕਦੋਂ ਬਣੀ ਸੀਗੀ? ਸਨ 2000 ਦੇ ਵਿੱਚ। ਔਰ ਕਿੱਥੋਂ ਬਾਈਫਰਗੇਟ ਹੋਈ ਸੀਗੀ? ਕਿੱਥੋਂ ਆਪਾਂ ਕੱਟ ਕੇ ਏਰੀਆ ਲਿਆ ਸੀਗਾ? ਬਿਹਾਰ ਤੋਂ। ਉਸ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਸ਼ਾਇਦ ਕਿ 2014 ਦੇ ਵਿੱਚ ਆਪਣੇ ਕੋਲ ਇੱਕ ਹੋਰ ਸਟੇਟ ਬਣੀ ਹੈ
ਉਹਨੂੰ ਕੀ ਸੀ ਤੇਲੰਗਾਨਾ। ਹੁਣ ਤੇਲੰਗਾਨਾ ਕਿੱਥੋਂ ਬਣੀ ਸੀਗੀ? ਆਂਧਰਾ ਪ੍ਰਦੇਸ਼ ਦੇ ਵਿੱਚੋਂ। ਕਦੋਂ ਬਣੀ ਸੀਗੀ? 2014 ਤੋਂ। ਅਗਰ ਇਹ 28ਵੀਂ ਸਟੇਟ ਆਪਣੇ ਕੋਲ ਇਹ ਹੈ, ਇਹਦਾ ਮਤਲਬ ਕੀ ਇਹ ਕੀ ਬਣ ਗਈ 29th ਸਟੇਟ। ਬਟ ਇੱਥੇ ਆਪਾਂ ਕਿੰਨੀਆਂ ਲਿਖੀਆਂ ਨੇ 28। ਫਿਰ ਇਹਦਾ ਮਤਲਬ ਇੱਕ ਸਟੇਟ ਕਿਹੜੀ ਬਾਹਰ ਚਲੀ ਗਈ ਇਹਦੇ ਤੋਂ, ਉਹ ਆਪਣੇ ਕੋਲ ਕਹੀ ਹੈ ਜੰਮੂ ਐਂਡ ਕਸ਼ਮੀਰ। ਇਹ ਕਦੋਂ ਦੀ ਗੱਲ ਹੈ? 2019 ਦੀ। ਇਹਦਾ ਬਣ ਕੀ ਗਿਆ ਆਪਣੇ ਕੋਲੇ? ਯੂਟੀ ਬਣ ਗਈਆਂ। ਕਿਹੜੀਆਂ? 2 ਯੂਟੀ ਬਣ ਗਈਆਂ। ਇੱਕ ਬਣ ਗਈ ਲਦਾਖ ਔਰ ਦੂਸਰੀ ਬਣ ਗਈ ਜੰਮੂ ਐਂਡ ਕਸ਼ਮੀਰ। ਕਲੀਅਰ? ਇਹਦਾ ਮਤਲਬ ਆਪਣੇ ਕੋਲੇ 2 ਯੂਟੀਜ਼ ਬਣ ਗਈਆਂ ਔਰ ਇਹ ਕੀ ਹੈ 28 ਸਟੇਟਸ ਆਪਣੇ ਕੋਲ ਆਲਰੇਡੀ, ਜਿਹੜੀਆਂ 29 ਤੋਂ ਮੈਂ ਇੱਕ ਘਟ ਗਈ ਹੈ ਅਤੇ ਆਪਣੇ ਕੋਲ ਕਿ 2 ਯੂਟੀਜ਼ ਵੱਧ ਗਈਆਂ ਨੇ। ਹੁਣ ਇਨੀਸ਼ੀਅਲੀ ਆਪਣੇ ਕੋਲ ਕਿੰਨੀਆਂ ਸੀਗੀਆਂ ਯੂਟੀਜ਼? ਇਨੀਸ਼ੀਅਲੀ ਆਈ ਮੀਨ ਕਿ ਇਸ ਤੋਂ ਪਹਿਲਾਂ ਦੀ ਗੱਲ ਕਰ ਰਹੇ ਹੈਗੇ, ਜੰਮੂ ਐਂਡ ਕਸ਼ਮੀਰ ਤੋਂ ਆਪਣੇ ਕੋਲ ਕਿੰਨੀਆਂ ਸੀਗੀਆਂ ਯੂਟੀਜ਼? 7। ਹੁਣ 7 ਦੇ ਨਾਲ ਅਗਰ ਆਪਾਂ 2 ਐਡ ਕਰੀਏ ਤਾਂ 9 ਹੋਣੀਆਂ ਚਾਹੀਦੀਆਂ ਨੇ, ਬਟ ਇੱਥੇ ਕਿੰਨੀਆਂ ਰਹਿ ਗਈਆਂ? 8। ਇਹਦਾ ਮਤਲਬ ਕਿਤੇ ਨਾ ਕਿਤੇ ਹੋਰ ਚੇਂਜਸ ਹੋਈਆਂ ਨੇ। ਤਾਂ ਹੋਰ ਚੇਂਜਸ ਕਦੋਂ ਹੋਈਆਂ ਨੇ ਆਪਣੇ ਕੋਲੇ? ਜਨਵਰੀ 2020 ਦੇ ਵਿੱਚ। ਉਦੋਂ ਹੋਇਆ ਕੀ ਹੈ, ਜਿਹੜਾ ਦਾਦਰਾ ਐਂਡ ਨਗਰ ਹਵੇਲੀ ਹੈ, ਯੂਟੀ ਸੀਗੀ ਦਾਦਰਾ ਐਂਡ ਨਗਰ ਹਵੇਲੀ, ਔਰ ਦੂਸਰਾ ਕੀ ਹੈ ਦਮਨ ਐਂਡ ਦਿਊ। ਦਮਨ ਐਂਡ ਦਿਊ, ਇਹਨਾਂ ਦੋਨਾਂ ਨੂੰ ਕੀ ਕਰਤਾ? ਮਰਜ ਕਰਤਾ। ਮਰਜ ਕਰਕੇ ਕੀ ਬਣ ਗਈ ਤੁਹਾਡੇ ਕੋਲੇ? ਇੱਕ ਸਿੰਗਲ ਯੂਟੀ ਬਣ ਗਈ। ਇਹਦਾ ਮਤਲਬ ਕਿ 2 ਤੋਂ 1 ਬਣ ਗਿਆ, 1 ਮਾਈਨਸ ਕਰਤਾ ਤਾਂ ਆਪਣੇ ਕੋਲ ਕੀ ਆ ਗਿਆ? ਸੋ ਐਟ ਪ੍ਰੈਜ਼ੈਂਟ ਵੀ ਹੈਵ 28 ਸਟੇਟਸ ਐਂਡ 8 ਯੂਨੀਅਨ ਟੈਰੀਟਰੀਜ਼। ਨੈਕਸਟ ਟੌਪਿਕ, ਨੈਕਸਟ ਜਿਹੜਾ ਹੈਗਾ ਆਰਟੀਕਲ 2 ਡਿਸਕਸ ਕਰਨ ਲੱਗੇ ਆਪਾਂ। ਹੁਣ ਆਰਟੀਕਲ 2 ਆਪਾਂ ਨੂੰ ਜਿਹੜਾ ਕੀ ਦਿੰਦਾ ਹੈਗਾ, ਇਟ ਇੰਪਾਵਰਸ ਦਾ ਪਾਰਲੀਮੈਂਟ ਟੂ ਐਡਮਿਸ਼ਨ ਆਫ ਅ ਨਿਊ ਸਟੇਟ। ਅਗਰ ਨਵੀਂ ਸਟੇਟ ਬਣਾਉਣੀ ਹੈ ਤਾਂ ਉਹਦੇ ਕਿਵੇਂ ਬਣੇਗੀ ਉਹ? ਵਿਦ ਹੈਲਪ ਆਫ ਆਰਟੀਕਲ 2। ਔਰ ਡਿਸੀਜਨ ਕੌਣ ਲਏਗਾ? ਪਾਰਲੀਮੈਂਟ ਵਿਲ ਟੇਕ ਦਾ ਡਿਸੀਜਨ। ਔਰ ਕਿੱਥੋਂ ਬਣੇਗੀ ਸਟੇਟ? ਦੈਟ ਆਰ ਨਾਟ ਅ ਪਾਰਟ ਆਫ ਇੰਡੀਆ। ਮਤਲਬ ਜਿਹੜੀ ਸਟੇਟ ਬਣੀ, ਜਿਹੜਾ ਏਰੀਆ ਆਪਾਂ ਸਟੇਟ ਦਾ ਲੈਣਾ ਹੈਗਾ, ਉਹ ਪਹਿਲੇ ਇੰਡੀਆ ਦੇ ਦਾ ਪਾਰਟ ਨਹੀਂ ਹੈ, ਉਹ ਕਿਸੇ ਹੋਰ ਨੇਸ਼ਨ ਦਾ ਪਾਰਟ ਹੈ, ਜਾਂ ਕੋਈ ਇੰਡੀਪੈਂਡੈਂਟ ਏਰੀਆ ਹੈਗਾ ਉਹਨੂੰ ਆਪਾਂ ਇੰਡੀਆ ਨਾਲ ਜੋੜਨ ਜਾ ਰਹੇ ਹਾਂ। ਤਾਂ ਉਹ ਕਿਵੇਂ ਪੋਸੀਬਲ ਹੋਏਗਾ? ਵਿਦ ਹੈਲਪ ਆਫ ਆਰਟੀਕਲ 2। ਔਰ ਇਹਦੇ ਲਈ ਕੁਛ ਟਰਮਸ ਐਂਡ ਕੰਡੀਸ਼ਨਸ ਬਣਨੀਆਂ ਨੇ, ਔਰ ਟਰਮਸ ਐਂਡ ਕੰਡੀਸ਼ਨ ਕੌਣ ਡਿਸਾਈਡ ਕਰੇਗਾ? ਉਹ ਪਾਰਲੀਮੈਂਟ ਡਿਫਾਈਨ ਕਰੇਗੀ ਕਿ ਕਿਹੋ ਜਿਹੇ ਟਰਮਸ ਐਂਡ ਕੰਡੀਸ਼ਨਸ ਰੱਖ ਕੇ ਆਪਾਂ ਇਹ ਏਰੀਏ ਨੂੰ ਇੰਡੀਆ ਦੇ ਨਾਲ ਜੁਆਇਨ ਕਰਨਾ। ਇਹ ਕੀ ਸੀ ਆਪਣੇ ਕੋਲੇ? ਆਰਟੀਕਲ 2। ਉਸ ਤੋਂ ਬਾਅਦ ਨੈਕਸਟ ਆ ਗਿਆ ਆਰਟੀਕਲ 3। ਇਹ ਆਪਾਂ ਨੂੰ ਕੀ ਕਰਦਾ ਹੈਗਾ? ਇਹ 5 ਤਰ੍ਹਾਂ ਦੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਦਾ ਹੈਗਾ। ਸਪੋਜ਼ ਕੋਈ ਨਵੀਂ ਸਟੇਟ ਬਣਾਉਣੀ ਹੈ, ਕਿਸੇ ਸਟੇਟ ਦਾ ਏਰੀਆ ਇਨਕਰੀਜ਼ ਕਰਨਾ, ਡਿਮਿਨਿਸ਼ ਦਾ ਏਰੀਆ ਆਫ ਐਨੀ ਸਟੇਟ, ਕਿਸੇ ਸਟੇਟ ਦਾ ਏਰੀਆ ਘਟਾਉਣਾ ਹੈਗਾ, ਆਲਟਰ ਦਾ ਬਾਊਂਡਰੀਜ਼ ਆਫ ਐਨੀ ਸਟੇਟ, ਕਿਸੇ ਦੀ ਬਾਊਂਡਰੀ ਚੇਂਜ ਕਰਨੀ ਹੈ, ਜਾਂ ਆਲਟਰ ਦਾ ਨੇਮ ਆਫ ਐਨੀ ਸਟੇਟ, ਕਿਸੇ ਸਟੇਟ ਦਾ ਆਪਾਂ ਨਾਮ ਚੇਂਜ ਕਰਨਾ ਹੈਗਾ। ਤਾਂ ਅਗਰ ਇਹ ਵਾਲੇ 5 ਦੇ ਵਿੱਚੋਂ ਕੋਈ ਵੀ ਇੱਕ ਕੰਮ ਕਰਨਾ ਹੈਗਾ ਤਾਂ ਉਹ ਪੋਸੀਬਲ ਕਿਵੇਂ ਹੋਏਗਾ? ਵਿਦ ਦ ਹੈਲਪ ਆਫ ਆਰਟੀਕਲ 3। ਹੁਣ ਜੇ ਤੁਸੀਂ ਦੇਖੋ ਇੱਥੇ ਵੀ ਆਪਣੇ ਕੋਲ ਹੈਗੀ ਆ ਫਾਰਮ ਆ ਨਿਊ ਸਟੇਟ, ਔਰ ਇੱਥੇ ਵੀ ਇਹ ਐਡਮਿਸ਼ਨ ਆਫ ਅ ਨਿਊ ਸਟੇਟ। ਤਾਂ ਇਹਨਾਂ ਦੋਨਾਂ ਦੇ ਵਿੱਚ ਇਹ ਦੋਨੋਂ ਤੁਹਾਨੂੰ ਲੱਗਦਾ ਨੇ ਸ਼ਾਇਦ ਸੇਮ ਹੀ ਹੈ, ਬਟ ਸੇਮ ਨਹੀਂ ਹੈ। ਇਹ 'ਚ ਫਰਕ ਕੀ ਹੈ ਕਿ ਜਿਹੜੀ ਇੱਥੇ ਸਟੇਟ ਬਣ ਰਹੀ ਹੈ ਵਿਦ ਦ ਹੈਲਪ ਆਫ ਆਰਟੀਕਲ 2, ਉਹ ਉਸ ਏਰੀਆ ਤੋਂ ਬਣ ਰਹੀ ਹੈ ਜਿਹੜਾ ਏਰੀਆ ਉਸ ਪੀਰੀਅਡ ਟਾਈਮ ਦੇ ਉੱਪਰ ਇੰਡੀਆ ਦਾ ਪਾਰਟ ਨਹੀਂ ਹੈ। ਆਪਾਂ ਇੰਡੀਆ ਦੇ ਨਾਲ ਹੋਰ ਏਰੀਆ ਜੋੜ ਰਹੇ ਹਾਂ, ਫਿਰ ਆਪਾਂ ਨਿਊ ਸਟੇਟ ਬਣਾ ਰਹੇ ਹਾਂ, ਐਡਮਿਸ਼ਨ ਹੋ ਰਹੀ ਹੈ, ਐਡਮਿਸ਼ਨ ਆਫ ਨਿਊ ਸਟੇਟ। ਬਟ ਇੱਥੇ ਕਰ ਰਹੇ ਹਾਂ ਵੀ ਆਰ ਫਾਰਮਿੰਗ ਅ ਨਿਊ ਸਟੇਟ। ਨਿਊ ਸਟੇਟ ਮਤਲਬ ਕੀ ਹੈ ਕਿ ਨਾਓ ਨਿਊ ਸਟੇਟ ਵਿਲ ਬੀ ਦਾ ਰਿਜ਼ਲਟ ਆਫ ਦਾ ਬਾਈਫਰਗੇਸ਼ਨ, ਕਿ ਇੱਕ ਸਟੇਟ ਨੂੰ ਆਪਾਂ ਤੋੜ ਕੇ ਕੀ ਕਰ ਲਿਆ? 2 ਸਟੇਟਸ ਵਿੱਚ ਡਿਵਾਈਡ ਕਰ ਲਿਆ। ਫੋਰ ਐਗਜ਼ਾਮਪਲ ਪੰਜਾਬ ਦੀ ਗੱਲ ਕਰ ਲਈਏ, ਪਹਿਲੇ ਵੱਡੀ ਸਟੇਟ ਸੀਗੀ, 18th ਅਮੈਂਡਮੈਂਟ ਹੋਈ ਹੈ 1966 ਦੇ ਵਿੱਚ। ਇੱਕ ਆਪਾਂ ਇੱਕ ਹੀ ਬਣਾ ਲਿਆ, ਹਰਿਆਣਾ ਬਣਾ ਲਿਆ, ਔਰ ਇੱਕ ਇੱਥੇ ਦੋਨਾਂ ਦਾ ਕਾਮਨ ਕੀ ਰੱਖ ਲਿਆ ਆਪਾਂ? ਚੰਡੀਗੜ੍ਹ, ਜਿਹੜੀ ਯੂਟੀ ਹੈ। ਤਾਂ ਇਹਦਾ ਮਤਲਬ ਇਹ ਪੋਸੀਬਲ ਕੀ ਹੋਇਆ ਹੈਗਾ ਕਿ ਆਪਣੇ ਕੋਲ ਨਵਾਂ ਏਰੀਆ ਨਹੀਂ ਆਪਾਂ ਐਡ ਆਨ ਕੀਤਾ ਇੰਡੀਆ ਦੇ ਨਾਲ, ਆਪਾਂ ਸਿਰਫ ਜੋ ਪੁਰਾਣੀ ਸਟੇਟ ਹੈ ਉਹਨੂੰ ਬਾਈਫਰਗੇਟ, ਉਹਨੂੰ ਡਿਵਾਈਡ ਕਰਕੇ ਆਪਾਂ 2 ਪਾਰਟਸ ਦੇ ਵਿੱਚ ਡਿਵਾਈਡ ਕਰ ਲਿਆ। ਇੱਕ ਆਪਣੇ ਕੋਲ ਜਿਹੜੇ ਪੁਰਾਣੀ ਸਟੇਟ ਰਹਿ ਗਈ ਹੈ, ਇੱਕ ਉਸ ਦੇ ਵਿੱਚ ਜਿਹੜਾ ਏਰੀਆ ਆਪਾਂ ਕੁਛ ਏਰੀਆ ਨਵੀਂ ਸਟੇਟ ਨੂੰ ਦੇਤਾ, ਉਹ ਆਪਣੇ ਕੋਲ ਕੀ ਬਣ ਗਈ ਹੈ? ਜਿਹੜੀ ਹੈਗੀ ਨਿਊ ਸਟੇਟ ਬਣ ਗਈ ਹੈ। ਅਗਰ ਆਪਾਂ ਬਾਈਫਰਗੇਸ਼ਨ ਦਾ ਰਿਜ਼ਲਟ ਆ ਰਿਹਾ ਨਵੀਂ ਸਟੇਟ, ਤਾਂ ਉਹ ਕੀ ਹੋਏਗਾ? ਆਰਟੀਕਲ 3। ਅਗਰ ਆਪਾਂ ਨਵਾਂ ਏਰੀਆ ਇੰਡੀਆ ਦੇ ਨਾਲ ਜੁਆਇਨ ਕਰ ਰਹੇ ਹਾਂ ਤਾਂ ਉਹ ਆਰਟੀਕਲ 2। ਆਈ ਹੋਪ ਕਿ ਤੁਹਾਨੂੰ ਇਹ ਦੋਨਾਂ ਦੇ ਵਿੱਚ ਡਿਫਰੈਂਸ ਕਲੀਅਰ ਹੋ ਗਿਆ ਹੋਵੇਗਾ। ਬਾਕੀ ਇਹਦਾ ਇਨਕਰੀਜ਼ ਹੈ, ਡਿਕਰੀਜ਼ ਹੈ, ਬਾਊਂਡਰੀਜ਼ ਆਲਟਰ ਕਰਨੀਆਂ, ਨੇਮ ਚੇਂਜ ਕਰਨੀਆਂ ਨੇ। ਇੱਕ ਇਹਦੇ ਜਿਹੜਾ ਹੈਗਾ ਕਿਸ ਦੇ ਡੋਮੇਨ ਦੇ ਅੰਡਰ ਹੈ, ਕੌਣ ਡਿਸਾਈਡ ਕਰੇਗਾ? ਪਾਰਲੀਮੈਂਟ ਡਿਸਾਈਡ ਕਰੇਗਾ। ਹੁਣ ਪਾਰਲੀਮੈਂਟ ਕਿਵੇਂ ਡਿਸਾਈਡ ਕਰੇਗੀ? ਬੇਸਿਕਲੀ ਇਹ ਬਿੱਲ ਆਏਗਾ। ਬਿੱਲ ਕਿਸ ਹਾਊਸ ਤੋਂ ਆਏਗਾ? ਲੋਅਰ ਹਾਊਸ ਤੋਂ ਵੀ ਆ ਸਕਦਾ ਹੈ, ਅਪਰ ਹਾਊਸ ਤੋਂ, ਮਤਲਬ ਰਾਜ ਸਭਾ ਤੋਂ ਵੀ ਆ ਸਕਦਾ ਹੈਗਾ, ਲੋਕ ਸਭਾ ਤੋਂ ਵੀ ਆ ਸਕਦਾ ਹੈਗਾ। ਬਟ ਉਹਦੀ ਅਪਰੂਵਲ ਕੌਣ ਦੇਗਾ? ਪ੍ਰੈਜ਼ੀਡੈਂਟ ਦੇਗਾ। ਹੁਣ ਪ੍ਰੈਜ਼ੀਡੈਂਟ ਦਾ ਇਹਦੇ 'ਚ ਕੀ ਰੋਲ ਹੈ? ਪ੍ਰੈਜ਼ੀਡੈਂਟ ਜਿਸ ਸਟੇਟ ਦੀ ਬਾਊਂਡਰੀ ਨੂੰ ਆਲਟਰ ਕਰਨਾ ਹੈਗਾ, ਪ੍ਰੈਜ਼ੀਡੈਂਟ ਉਸ ਸਟੇਟ ਨੂੰ ਪਹਿਲੇ ਇਨਫੋਰਮ ਕਰੇਗਾ ਕਿ ਵੀ ਆਰ ਗੋਇੰਗ ਟੂ ਆਲਟਰ ਦਾ ਬਾਊਂਡਰੀਜ਼ ਆਫ
योर स्टेट। ठीक है, फॉर एग्जाम्पल पंजाब की गल कर लीए, पंजाब नूं प्रेजिडेंट की करेगा, इंटीमेट करेगा कि पंजाब की जिहड़ी बाउंड्री है वो असीं चेंज करन लगे हैं, ਜਾਂ ਇਸ ਤੋਂ ਪੰਜਾਬ ਨੂੰ ਡਿਵਾਈਡ ਕਰਕੇ ਬਾਈਫਰਗੇਟ ਕਰਕੇ ਇੱਕ ਨਵੀਂ ਸਟੇਟ ਬਣਾਉਣ ਲੱਗੇ ਹਾਂ। ਤਾਂ ਉਸ ਕੇਸ ਦੇ ਵਿੱਚ ਕਿ ਲਿਮਟਿਡ ਪੀਰੀਅਡ ਦੇ ਵਿੱਚ ਪੰਜਾਬ ਨੇ ਰਿਪਲਾਈ ਦੇਣਾ ਹੋਏਗਾ। ਅਗਰ ਰਿਪਲਾਈ ਨਹੀਂ ਦਿੱਤਾ ਉਸ ਪੀਰੀਅਡ ਦੇ ਵਿੱਚ ਤਾਂ ਇਹ ਬਾਈ ਡਿਫਾਲਟ ਅਜ਼ਿਊਮ ਕਰ ਲਿਆ ਜਾਂਦਾ ਕਿ ਪੰਜਾਬ ਨੂੰ ਇਸ ਚੀਜ਼ ਦੀ ਕੋਈ ਦਿੱਕਤ ਨਹੀਂ ਹੈ, ਜਾਂ ਜਿਸ ਸਟੇਟ ਦੀ ਆਪਾਂ ਬਾਊਂਡਰੀ ਚੇਂਜ ਕਰਨ ਲੱਗੇ ਹਾਂ ਉਸ ਸਟੇਟ ਨੂੰ ਇਸ ਚੀਜ਼ ਦੀ ਕੋਈ ਦਿੱਕਤ ਨਹੀਂ ਹੈ। ਫੋਰ ਐਗਜ਼ਾਮਪਲ ਕਿ ਅਸੀਂ ਉਸ ਚੀਜ਼ ਲਈ ਡਿਨਾਈ ਕਰ ਦਿੰਦੇ ਹਾਂ, ਮਨਾ ਕਰ ਦਿੰਦੇ ਹਾਂ, ਤਾਂ ਕੀ ਉਸ ਚੀਜ਼ ਨੂੰ ਪਾਰਲੀਮੈਂਟ ਐਕਸੈਪਟ ਕਰੇਗੀ कि ये बाउंडेड है उसके ऊपर, पर ये चीज़ इसके ऊपर की है बाउंडेड नहीं है। अगर वो कह रही है कि असं नहीं अलाउ कर रहे तो इसका मतलब ये नहीं है कि काम रुक जाना है, बाइफरकेशन बंद हो जाएगी, नहीं। वो की है ये जो डिसीजन होएगा ये सिर्फ उन्होंने इन्फॉर्म करना है, वो पार्लीमेंट के उपर बाउंडेड नहीं होएगा। और दूसरी इस तो बाद नैक्सट जो होएगा क्वेश्चन कि जो प्रेजिडेंट ने पूछना है वो सिर्फ इन द केस ऑफ स्टेट्स पूछना है। मीनस अगर स्टेट की बाउंड्री चेंज कर रहे हैं या स्टेट में बाइफरगेट कर रहे हैं, सिर्फ ही स्टेट तो ही प्रेजिडेंट ने स्टेट में इंटीमेट करना है। अगर आप यही काम यूटी नाल कर रहे हैं, यूनियन टैरेटरी नाल कर रहे हैं, तो फिर प्रेजिडेंट उन्होंने इन्फॉर्म नहीं करेगा, वो तो डायरैक्टली अपने को हो जाएगा। इन बोथ केसिस अपने को होगा सिंपल मेजोरिटी के नाल बिल पास हो जाएगा। सिंपल मेजोरिटी का मतलब की होंदा है कि सपोज तुहाडे कोले सदन दे विच जिहड़े हैगे आ वो 300 मैंबर प्रेजेंट ने, तो जिहड़ा सिंपल मेजोरिटी की होएगी 50% प्रेजेंट प्लस 1, 50% की हो गया 150 प्लस 1, मतलब कि ये जी 151 बंदे ने एक चीज़ यस करता है तो वो बिल तुहाडा की हो जाएगा, पास हो जाएगा। क्लीयर। और दूसरा एक ये होर क्वेश्चन आ जाता है कि अपने को पहली स्टेट किहड़ी बनी सी जिहदा नाम आपां चेंज कर दिता सीगा, तो अपने को सीगा कि एक गल कदों दी 1950 की स्टेट अपने को सीगी यूनाइटेड प्रोविंसेस, यूनाइटेड प्रोविंसेस, और इसका नाम चेंज करके आप बनाता सीगा उत्तर प्रदेश, उत्तर प्रदेश। ठीक है, यूपी बन गया सीगा। सो दिस वाज ऑल अबाउट आर्टिकल 2 एंड आर्टिकल 3। हुण इस तो बाद की आ गया आर्टिकल 4 आ गया है। हुण आर्टिकल 4 दे विच बेसिकली की है कि देखो जो अगर तो आप एक स्टेट का एरिया डिमिनिश कर रहे हैं, ਉਹਦਾ एरिया घटा रहे हैं, तो ਉਹਦੇ ਕੋਲੇ राइट्स किहदे कोले है, वो पार्लीमेंट ਦੇ ਕੋਲ ਹੀ ਹੈ। पर अगर आप कंट्री का एरिया घटाना है, कंट्री का एरिया घटाना है, तो वो राइट्स किहदे कोले है कि वो भी राइट्स पार्लीमेंट कोले है। ये एक अपने कोले जिहड़ा क्वेश्चन आ गया सीगा 1960 ਦੇ ਵਿੱਚ। ਉਹਦੇ ਵਿੱਚ ਕੀ ਹੋਇਆ ਕੀ ਸੀਗਾ ਕਿ ਇੱਕ ਜਿਹੜਾ ਵੈਸਟ ਬੰਗਾਲ ਦਾ ਏਰੀਆ ਸੀਗਾ, ਬੇਰੂਵਰੀ ਯੂਨੀਅਨ ਉਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਏਰੀਆ ਆਪਾਂ ਕਿਹਨੂੰ ਦੇਣ ਲੱਗੇ ਸੀਗੇ ਤੇ ਕਿਹਨੂੰ ਦੇਤਾ ਸੀਗਾ ਪਾਰਲੀਮੈਂਟ ਨੇ, ਗਵਰਨਮੈਂਟ ਨੇ ਪਾਕਿਸਤਾਨ ਨੂੰ। ਤਾਂ ਉਹਦੇ ਕਰਕੇ ਕੀ ਹੋਇਆ ਕਿ ਕਾਫੀ ਜ਼ਿਆਦਾ ਐਜੀਟੇਸ਼ਨ ਹੋਈ, ਕੰਟਰੋਵਰਸੀ ਸ਼ੁਰੂ ਹੋ ਗਈ। ਤਾਂ ਫਿਰ ਉਸ ਦੇ ਵਿੱਚ ਕੀ ਹੋਇਆ ਕਿ ਸੁਪਰੀਮ ਕੋਰਟ ਨੂੰ ਇਹਦੇ ਵਿੱਚ ਕੀ ਕਰਨਾ ਪਿਆ, ਇਨਵੋਲਵ ਹੋਣਾ ਪਿਆ। ਤਾਂ ਸੁਪਰੀਮ ਕੋਰਟ ਜਦੋਂ ਇਨਵੋਲਵ ਹੋਇਆ ਤਾਂ ਉਦੋਂ ਡਿਸੀਜਨ ਆਪਣੇ ਕੋਲ ਕੀ ਆਇਆ ਕਿ ਅਗਰ ਤਾਂ ਦੇਖੋ ਆਪਾਂ ਕਿਸੇ ਸਟੇਟ ਦੀ ਬਾਉਂਡਰੀ ਨੂੰ ਆਲਟਰ ਕਰ ਰਹੇ ਹਾਂ, ਸਟੇਟ ਦੀ ਬਾਉਂਡਰੀ ਇੱਕ ਦੀ ਦੂਸਰੀ ਨੂੰ ਦੇ ਰਹੇ ਹਾਂ, ਤਾਂ ਉਹਦੀ ਉਹ ਕਿਸ ਦੀ ਡੋਮੇਨ ਦੇ ਵਿੱਚ ਹੈ, ਉਹਦੇ ਰਾਈਟਸ ਕਿਸ ਕੋਲੇ ਆ, ਪਾਰਲੀਮੈਂਟ ਕੈਨ ਡਿਸਾਈਡ, ਪਾਰਲੀਮੈਂਟ ਡਿਸਾਈਡ ਕਰ ਸਕਦੀ ਹੈ। ਬਟ ਅਗਰ ਇੱਕ ਕੰਟਰੀ ਦੀ ਏਰੀਆ, ਆਪਣੇ ਇੰਡੀਆ ਦਾ ਏਰੀਆ ਆਪਾਂ ਕਿਸੇ ਦੂਸਰੀ ਕੰਟਰੀ ਨੂੰ ਦੇਣ ਲੱਗੇ ਹਾਂ, ਤਾਂ ਉਹਦੇ ਰਾਈਟਸ ਜਿਹੜੇ ਹੈਗੇ ਆ ਉਹ ਪਾਰਲੀਮੈਂਟ ਕੋਲੇ ਰਾਈਟਸ ਨਹੀਂ ਹੈ। ਇਹਦਾ ਮਤਲਬ ਉਹਦੇ ਰਾਈਟਸ ਉਹਨੂੰ ਕਿਵੇਂ ਦੇਵਾਂਗੇ, ਵਿਦ ਦ ਹੈਲਪ ਆਫ ਅਮੈਂਡਮੈਂਟ। ਵੀ ਹੈਵ ਟੂ ਅਮੈਂਡ ਦਾ ਕੌਨਸਟੀਟਿਊਸ਼ਨ, ਔਰ ਕੌਨਸਟੀਟਿਊਸ਼ਨ ਨੂੰ ਅਮੈਂਡ ਕਰਨ ਦੇ ਲਈ ਆਪਣੇ ਕੋਲ ਆਰਟੀਕਲ ਕਿਹੜਾ ਹੋਏਗਾ, ਆਰਟੀਕਲ 368 ਲਿਖਿਆ ਨਾ। ਇਟ ਸੇਜ਼ ਦੈਟ ਇੰਡੀਅਨ ਟੈਰੀਟਰੀ ਕੈਨ ਬੀ ਸੀਡਡ ਟੂ ਅ ਫੋਰਨ ਸਟੇਟ, ਦੂਸਰੀ ਕੰਟਰੀ ਨੂੰ ਦੇ ਸਕਦੇ ਹਾਂ, ਬਟ ਪੋਸੀਬਲ ਕਿਵੇਂ ਹੋਏਗਾ, ਵਿਦ ਦ ਹੈਲਪ ਆਫ ਅਮੈਂਡਿੰਗ ਦਾ ਕੌਨਸਟੀਟਿਊਸ਼ਨ। ਕੌਨਸਟੀਟਿਊਸ਼ਨ ਵੀ ਹੈਵ ਟੂ ਅਮੈਂਡ ਦਾ ਕੌਨਸਟੀਟਿਊਸ਼ਨ। ਔਰ ਕੌਨਸਟੀਟਿਊਸ਼ਨ ਨੂੰ ਅਮੈਂਡ ਕਰਨ ਲਈ ਆਰਟੀਕਲ ਕਿਹੜਾ ਆਪਾਂ ਇਨਵੋਕ ਕਰਦੇ ਹਾਂ, ਕਾਲ ਕਰਦੇ ਹਾਂ ਜਾਂ ਯੂਜ਼ ਕਰਦੇ ਹਾਂ, ਆਰਟੀਕਲ 368। ਤਾਂ ਉਸ ਤੋਂ ਬਾਅਦ ਕੀ ਹੋਇਆ ਸੀਗਾ, ਉਹੀ ਜਿਹੜਾ ਸੇਮ ਏਰੀਆ ਸੀਗਾ ਉਹਨੂੰ ਆਪਾਂ 1960 ਦੇ ਵਿੱਚ ਇੱਕ 9th ਕੌਨਸਟੀਟਿਊਸ਼ਨਲ ਅਮੈਂਡਮੈਂਟ ਹੋਈ ਆਪਣੇ ਕੋਲੇ ਵਿਦ ਹੈਲਪ ਆਫ ਆਰਟੀਕਲ 368। ਤਾਂ ਉਹ ਜਿਹੜਾ ਏਰੀਆ ਸੀਗਾ ਉਹ ਆਪਾਂ ਪਾਕਿਸਤਾਨ ਨੂੰ ਫਿਰ ਟ੍ਰਾਂਸਫਰ ਕਰ ਦਿੱਤਾ ਸੀਗਾ। ਤਾਂ ਇਹਦੇ 'ਚ ਇਹੀ ਡਿਫਰੈਂਸ ਹੈ ਕਿ ਅਗਰ ਤਾਂ ਸਟੇਟ ਦੇ ਵਿੱਚ ਕੋਈ ਚੇਂਜਸ ਕਰ ਰਹੇ ਹਾਂ, ਸਟੇਟ ਦਾ ਏਰੀਆ ਆਪਾਂ ਕਿਸੇ ਦੂਸਰੀ ਸਟੇਟ ਨੂੰ ਦੇ ਰਹੇ ਹਾਂ, ਤਾਂ ਉਹਦੇ ਲਈ ਕੌਨਸਟੀਟਿਊਸ਼ਨਲ ਅਮੈਂਡਮੈਂਟ ਦੀ ਜ਼ਰੂਰਤ ਨਹੀਂ ਹੈ। ਬਟ ਅਗਰ ਇੰਡੀਆ ਦਾ ਏਰੀਆ ਕਿਸੇ ਹੋਰ ਕੰਟਰੀ ਨੂੰ ਆਪਾਂ ਦੇ ਰਹੇ ਹਾਂ, ਇਨ ਦੈਟ ਕੇਸ ਵੀ ਹੈਵ ਟੂ ਅਮੈਂਡ ਦਾ ਕੌਨਸਟੀਟਿਊਸ਼ਨ, ਐਂਡ ਕੌਨਸਟੀਟਿਊਸ਼ਨ ਅਮੈਂਡ ਕਰਨ ਲਈ ਆਰਟੀਕਲ 368 ਸੀ। ਸੋ ਇਹ ਆਪਣੇ ਕੋਲ ਸੀਗਾ ਜਿਹੜਾ ਹੁਣ ਤੱਕ ਸਾਰਾ ਆਪਾਂ ਜਿਹੜਾ ਡਿਸਕਸ ਕੀਤਾ ਹੈਗਾ, ਇਹ ਕੀਤਾ ਹੈਗਾ ਆਰਟੀਕਲ 1 ਦਾ ਕੀ ਮਤਲਬ ਹੈ ਔਰ ਅਪ ਟੂ ਆਰਟੀਕਲ 4 ਦਾ ਕੀ ਮਤਲਬ ਆ। ਹੁਣ ਆਪਣੇ ਕੋਲ ਕੀ ਆ ਗਿਆ ਕਿ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਆਪਾਂ ਬਣਾਇਆ ਸੀਗਾ ਇੰਡੀਪੈਂਡੈਂਸ ਐਕਟ 1947,
ਉਦੋਂ ਆਪਣੇ ਕੋਲ ਜਿਹੜੇ ਪੋਲੀਟੀਕਲ ਦੋ ਯੂਨਿਟ ਸੀਗੇ ਮੇਨ ਆਪਣੇ ਕੋਲ, ਇੱਕ ਤਾਂ ਬ੍ਰਿਟਿਸ਼ ਪ੍ਰੋਵਿਨੈਂਸਸ ਔਰ ਦੂਸਰਾ ਸੀਗਾ ਪ੍ਰਿੰਸਲੀ ਸਟੇਟਸ। ਇਹ ਤਾਂ ਜਿਹੜੀ ਸੀਗਾ ਬ੍ਰਿਟਿਸ਼ ਪ੍ਰੋਵਿਨੈਂਸਸ ਦਾ ਮਤਲਬ ਕੀ ਸੀਗਾ, ਇਹਦਾ ਮਤਲਬ ਸੀਗਾ ਕਿ ਜਿਹੜੇ ਏਰੀਆ ਹੈਗਾ ਡਾਇਰੈਕਟ ਅੰਗਰੇਜ਼ਾਂ ਦੇ ਅਧੀਨ ਸੀਗਾ, ਉਹਨਾਂ ਦੇ ਅੰਡਰ, ਉਹਨਾਂ ਦੇ ਕੰਟਰੋਲ ਦੇ ਵਿੱਚ ਸੀਗਾ। ਜਿਹੜਾ ਪ੍ਰਿੰਸਲੀ ਸਟੇਟ ਸੀਗਾ ਉਹ ਕੀ ਸੀਗਾ, ਇਨਡਾਇਰੈਕਟ ਸੀਗਾ ਅੰਗਰੇਜ਼ਾਂ ਦੇ ਅਧੀਨ। ਪਹਿਲੇ ਉਹਦੇ ਉੱਪਰ ਰਾਜੇ ਰਾਜ ਕਰਦੇ ਸੀਗੇ, ਫਿਰ ਰਾਜੇ ਕਿਹਨੂੰ ਅਕਾਊਂਟੇਬਲ ਸੀਗੇ, ਅੰਗਰੇਜ਼ਾਂ ਨੂੰ ਅਲਟੀਮੇਟਲੀ। ਤਾਂ ਆਪਾਂ ਜਦੋਂ ਐਕਟ ਆਪਣੇ ਕੋਲ ਬਣਿਆ ਸੀਗਾ 1947 ਐਕਟ, ਉਦੋਂ ਆਪਾਂ ਲੋਕਾਂ ਨੂੰ ਇਸ ਚੀਜ਼ ਦੀ ਲਿਬਰਟੀ ਦੇਤੀ, ਇਸ ਚੀਜ਼ ਦੀ ਫਰੀਡਮ ਦੇਤੀ ਕਿ ਦੇ ਕੈਨ ਜੁਆਇਨ ਆਈਦਰ ਡੋਮੀਨੀਅਨ ਆਫ ਇੰਡੀਆ, ਡੋਮੀਨੀਅਨ ਆਫ ਪਾਕਿਸਤਾਨ ਨੂੰ ਜੁਆਇਨ ਕਰ ਸਕਦੇ ਆ, ਜਾਂ ਕੀ ਹੈ ਉਹ ਇੰਡੀਪੈਂਡੈਂਟ ਵੀ ਰਹਿ ਸਕਦੇ ਆ, ਤਾਂ ਟੋਟਲ 'ਚ ਅਗਰ ਪ੍ਰਿੰਸਲੀ ਸਟੇਟਸ ਆਪਣੇ ਉਸ ਟਾਈਮ 552 ਸੀ, ਤਾਂ 552 ਦੇ ਵਿੱਚੋਂ 3 ਸਟੇਟਸ ਇਹੋ ਜਿਹੀਆਂ ਸੀ ਜਿਨ੍ਹਾਂ ਨੇ ਕੀ ਕਰਤਾ, ਉਹਨਾਂ ਨੇ ਮਨਾ ਕਰਤਾ ਕਿ ਅਸੀਂ ਇੰਡੀਆ ਨੂੰ ਜੁਆਇਨ ਨਹੀਂ ਕਰਾਂਗੇ। ਦੇ ਰਿਫਿਊਜ਼ ਟੂ ਜੁਆਇਨ ਇੰਡੀਆ। ਹੁਣ ਕਿਹੜੇ ਕੁਐਸਚਨ ਕੀ ਆ ਜਾਂਦਾ ਕਿ ਉਹ ਤਿੰਨੋਂ ਸਟੇਟਸ ਕਿਹੜੀਆਂ ਨੇ, ਹੈਦਰਾਬਾਦ, ਜੂਨਾਗੜ੍ਹ ਐਂਡ ਕਸ਼ਮੀਰ। ਜੂਨਾਗੜ੍ਹ ਜਿਹੜੀ ਸੀਗੀ ਗੁਜਰਾਤ ਦੇ ਵਿੱਚ ਸੀ, ਠੀਕ ਹੈ। ਹੁਣ ਏਰੀਆ ਜਿਹੜਾ ਹੈਗਾ ਗੁਜਰਾਤ ਦੇ ਵਿੱਚ ਇਹ। ਹੁਣ ਇਹਦੇ 'ਚ ਕੀ ਹੋਇਆ, ਕੀ ਹੈ, ਬਟ ਕੀ ਇਹ ਅਲੱਗ ਹੀ ਰਹੀਆਂ, ਇੰਡੀਪੈਂਡੈਂਟ ਰਹੀਆਂ? ਨਹੀਂ, ਇਹਨਾਂ ਨੇ ਵੀ ਇੰਡੀਆ ਨੂੰ ਜੁਆਇਨ ਕਰ ਲਿਆ। ਹੁਣ ਇੰਡੀਆ ਨੂੰ ਜੁਆਇਨ ਕਿਵੇਂ ਕੀਤਾ ਕਿ ਈਜ਼ੀਲੀ ਤਾਂ ਇਹਨਾਂ ਨੇ ਜੁਆਇਨ ਨਹੀਂ ਕੀਤਾ ਸੀਗਾ। ਤਾਂ ਇਹਦੇ ਲਈ ਇਹਨਾਂ ਨੇ ਕੀਤਾ ਕੀ ਹੈ ਕਿ ਸਭ ਤੋਂ ਪਹਿਲੇ ਜਿਹੜਾ ਹੈਦਰਾਬਾਦ ਆ, ਹੈਦਰਾਬਾਦ ਨੂੰ ਜੁਆਇਨ ਕਿਵੇਂ ਹੋਇਆ ਹੈਗਾ, ਵਿਦ ਦ ਹੈਲਪ ਆਫ ਪੁਲਿਸ ਐਕਸ਼ਨ। ਆਰਮੀ ਨੇ ਕੀ ਕੀਤਾ, ਇੱਥੇ ਆ ਕੇ ਅਟੈਕ ਕਰਤਾ, ਔਰ ਅਟੈਕ ਕਰਕੇ ਜਿਹੜਾ ਸੀਗਾ ਉਹਨੂੰ ਇੰਡੀਆ ਦੇ ਨਾਲ ਜੋੜਤਾ। ਹੁਣ ਜਿਹੜਾ ਇਹ ਆਰਮੀ ਦਾ ਆਪਰੇਸ਼ਨ ਸੀਗਾ, ਇਹਨੂੰ ਇੱਕ ਨਾਮ ਦਿੱਤਾ ਗਿਆ ਕਿ ਆਪਰੇਸ਼ਨ ਪੋਲੋ। ਕਈ ਵਾਰ ਐਗਜ਼ਾਮ ਦੇ ਵਿੱਚ ਇਹ ਵੀ ਕੁਐਸਚਨ ਆ ਜਾਂਦਾ ਕਿ ਜਿਹੜਾ ਪੋਲੋ ਆਪਰੇਸ਼ਨ ਹੈ ਉਹ ਕਿਸ ਨਾਲ ਰਿਲੇਟਡ ਹੈ। ਜਿਹੜੀ ਆਪਾਂ ਸੀਗਾ ਆਰਮੀ ਨੇ ਅਟੈਕ ਕੀਤਾ ਸੀਗਾ ਹੈਦਰਾਬਾਦ ਦੇ ਉੱਪਰ, ਉਹਦਾ ਮੇਨ ਮੋਟਿਵ ਕੀ ਸੀਗਾ ਕਿ ਉਹਨੂੰ ਆਪਾਂ ਇੰਡੀਆ ਦੇ ਨਾਲ ਜੁਆਇਨ ਕਰਵਾਉਣਾ ਸੀਗਾ। ਇਹ ਕਦੋਂ ਦੀ ਗੱਲ ਹੈ ਆਪਣੀ, ਇਹ 1948। ਸੋ 1948 ਦੇ ਵਿੱਚ ਹੈਦਰਾਬਾਦ ਵਿਦ ਹੈਲਪ ਆਫ ਪੁਲਿਸ ਐਕਸ਼ਨ ਜਿਹੜਾ ਸੀਗਾ ਪੋਲੋ ਆਪਰੇਸ਼ਨ ਦੇ ਨਾਲ ਕੀ ਆਪਾਂ ਉਹਨੂੰ ਜੁਆਇਨ ਕਰਵਾ ਲਿਆ। ਦੂਸਰਾ ਆ ਗਿਆ ਜੂਨਾਗੜ੍ਹ। ਹੁਣ ਜੂਨਾਗੜ੍ਹ ਕਿਵੇਂ ਹੋਇਆ, ਵਿਦ ਹੈਲਪ ਆਫ ਰੈਫਰੈਂਡਮ। ਹੁਣ ਰੈਫਰੈਂਡਮ ਕੀ ਹੁੰਦਾ ਹੈਗਾ ਕਿ ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਇੱਕ ਪਰਟੀਕੂਲਰ ਪੋਲੀਟੀਕਲ ਇਸ਼ੂ ਦੇ ਉੱਪਰ ਵੋਟਿੰਗ ਕਰਾ ਲਈ ਜਾਂਦੀ ਹੈ, ਜਿਹਦੇ 'ਚ ਲੋਕਾਂ ਨੂੰ ਪੁੱਛਿਆ ਜਾਂਦਾ ਕਿ ਉਹਨਾਂ ਦਾ ਉਹਨਾਂ ਦੀ ਰਾਏ ਕੀ ਹੈ। ਅਤੇ ਇਹ 'ਚ ਕੀ ਹੈ, ਲੋਕਾਂ ਨੇ ਵੋਟ ਕੀ ਕਰਤਾ ਕਿ ਉਹਨਾਂ ਨੇ ਕਿਹਾ ਕਿ ਵੀ ਵਾਂਟ ਟੂ ਜੁਆਇਨ ਇੰਡੀਆ ਨੂੰ ਜੁਆਇਨ ਕਰਨਾ ਚਾਹੁੰਦੇ ਹਾਂ। ਤਾਂ ਉਸ ਕੇਸ ਦੇ ਵਿੱਚ ਕੀ ਹੈ, ਵਿਦ ਹੈਲਪ ਆਫ ਰੈਫਰੈਂਡਮ ਆਪਣੇ ਕੋਲ ਕੀ ਆ ਗਿਆ, ਜੂਨਾਗੜ੍ਹ ਜਿਹੜਾ ਸੀਗਾ ਉਹ ਆਪਣਾ ਇੰਡੀਆ ਦੇ ਨਾਲ ਅਟੈਚ ਹੋ ਗਿਆ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਕੀ ਆ ਗਿਆ ਹੈ, ਕਸ਼ਮੀਰ ਦੇ ਲਈ ਆਪਣੇ ਕੋਲ ਕੀ ਹੈ, ਇੰਸਟਰੂਮੈਂਟ ਆਫ ਐਕਸੈਸ਼ਨ। ਇਹਦਾ ਮਤਲਬ ਕੀ ਹੈ ਕਿ ਆਪਣੇ ਕੋਲ ਕੀ ਹੋ ਗਿਆ, ਇੰਸਟਰੂਮੈਂਟ ਐਕਸੈਸ਼ਨ ਦਾ ਮੀਨਿੰਗ ਕੀ ਹੈ ਕਿ ਐਗਰੀਮੈਂਟ ਸਾਈਨ ਹੋ ਗਿਆ ਕਿਹਦੇ ਵਿਚਕਾਰ, ਇੱਕ ਤਾਂ ਜਿਹੜਾ ਸੀਗਾ ਮਹਾਰਾਜਾ ਆਫ ਕਸ਼ਮੀਰ ਹਰੀ ਸਿੰਘ, ਔਰ ਦੂਸਰਾ ਆਪਣੇ ਕੋਲ ਕੀ ਸੀਗਾ, ਲਾਰਡ ਮਾਊਂਟਬੈਟਨ। ਔਰ ਦੋਨਾਂ ਨੇ ਆਪਸ ਦੇ ਵਿੱਚ, ਲਾਰਡ ਮਾਊਂਟਬੈਟਨ ਕੀ ਬਣਿਆ ਸੀਗਾ, ਇੰਡੀਪੈਂਡੈਂਸ ਆਫ ਇੰਡੀਆ ਐਕਟ 1947 ਦੇ ਵਿਚਕਾਰ ਬ੍ਰਿਟਿਸ਼ ਬਣਿਆ ਸੀਗਾ, ਬ੍ਰਿਟਿਸ਼ਰ ਗਵਰਨਰ ਜਨਰਲ ਆਫ ਇੰਡੀਆ ਲਾਰਡ ਮਾਊਂਟਬੈਟਨ। ਇਹਨਾਂ ਦੋਨਾਂ ਨੇ ਆਪਸ ਦੇ ਵਿੱਚ ਕੀ ਕੀਤਾ, ਐਗਰੀਮੈਂਟ ਸਾਈਨ ਕੀਤਾ, ਔਰ ਉਸ ਐਗਰੀਮੈਂਟ ਦੇ ਨਾਲ ਕੀ ਆਪਣੇ ਕੋਲ ਹੋਇਆ ਹੈਗਾ, ਜਿਹੜਾ ਕਸ਼ਮੀਰ ਹੈ ਉਹ ਵੀ ਇੰਡੀਆ ਨੂੰ ਜੁਆਇਨ ਕਰ ਗਿਆ। ਸੋ ਇਹ ਤਿੰਨੋਂ ਡਿਫਰੈਂਟ ਆਪਣੇ ਕੋਲ ਸਟੈਪਸ ਆ। ਪੇਪਰ ਦੇ ਵਿੱਚ ਕਈ ਵਾਰ ਮੈਚ ਦਾ ਫੋਲੋਇੰਗ ਦੇ ਵਿੱਚ ਵੀ ਆ ਜਾਂਦਾ ਕਿ ਹੈਦਰਾਬਾਦ ਨੂੰ ਕਿਵੇਂ ਜੁਆਇਨ ਕਰਵਾਇਆ, ਵਿਦ ਹੈਲਪ ਆਫ ਪੁਲਿਸ ਐਕਸ਼ਨ। ਜੂਨਾਗੜ੍ਹ ਨੂੰ ਕਿਵੇਂ ਜੁਆਇਨ ਕਰਵਾਇਆ, ਵਿਦ ਹੈਲਪ ਆਫ ਰੈਫਰੈਂਡਮ। ਔਰ ਕਸ਼ਮੀਰ ਨੂੰ ਕਿਵੇਂ ਕਰਵਾਇਆ, ਵਿਦ ਹੈਲਪ ਆਫ ਐਕਸੈਸ਼ਨ, ਜਿਹੜਾ ਐਗਰੀਮੈਂਟ ਆ। ਇਹਨਾਂ ਦੋਨਾਂ ਦੇ ਨਾਲ ਆਪਾਂ ਇਹ ਜਿਹੜਾ ਕਰ ਲਿਆ। ਹੁਣ ਨੈਕਸਟ ਹੈ ਆਪਣੇ ਕੋਲ ਰੀਆਰਗਨਾਈਜੇਸ਼ਨ ਆਫ ਦਾ ਸਟੇਟਸ। ਇਹਦਾ ਮਤਲਬ ਦੇਖੋ, ਜਿੰਨਾ ਵੀ ਹੁਣ ਤੱਕ ਆਪਾਂ ਜਿਹੜੇ ਪ੍ਰਿੰਸਲੀ ਸਟੇਟਸ ਤੁਹਾਡੇ ਕੋਲ ਇਹ ਜਿਹੜਾ ਸੀਗਾ ਕਸ਼ਮੀਰ ਹੋ ਗਿਆ, ਜਾਂ ਤੁਹਾਡੇ ਕੋਲ ਹੈਦਰਾਬਾਦ ਹੋ ਗਿਆ, ਜਾਂ ਜੂਨਾਗੜ੍ਹ ਹੋ ਗਿਆ, ਇਹਨੂੰ ਆਪਾਂ ਜੁਆਇਨ ਕਰਵਾ ਲਿਆ ਸੀਗਾ ਇੰਡੀਆ ਨੂੰ। ਬਟ ਕੀ ਇਹ ਸਾਰਾ ਜਿਹੜਾ ਅਰੇਂਜਮੈਂਟ ਸੀਗਾ, ਟੈਂਪਰੇਰੀ ਅਰੇਂਜਮੈਂਟ ਸੀਗਾ, ਆਪਣੇ ਕੋਲੇ ਜਲਦਬਾਜ਼ੀ 'ਚ ਕੀਤਾ ਹੋਇਆ ਇੱਕ ਅਰੇਂਜਮੈਂਟ ਸੀ। ਹੁਣ ਇਹਨੂੰ ਆਪਾਂ ਨੂੰ ਕੋਈ ਨਾ ਕੋਈ ਪਰਮਾਨੈਂਟ ਅਰੇਂਜਮੈਂਟ ਵੀ ਕਰਨਾ ਪੈਣਾ ਸੀਗਾ। ਤਾਂ ਉਹਦੇ ਲਈ ਹੋਇਆ ਕੀ ਹੈ ਕਿ ਸਾਰੇ ਲੋਕਾਂ ਦੀ ਇੱਕੋ ਡਿਮਾਂਡ ਆਉਣ ਲੱਗੀ ਕਿ ਜਿਹੜੀਆਂ ਸਟੇਟਸ ਨੂੰ ਆਪਾਂ ਰੀਆਰਗਨਾਈਜ਼ ਕਰਨਾ ਹੈ, ਦੁਬਾਰਾ ਸਟੇਟਸ ਬਣਾਉਣੀਆਂ ਨੇ, ਤਾਂ ਉਹਨਾਂ ਨੂੰ ਆਪਾਂ ਲੈਂਗੁਏਜ ਬੇਸਿਸ 'ਤੇ ਬਣਾਈਏ, ਲਿੰਗੁਇਸਟਿਕ ਬੇਸਿਸ, ਭਾਸ਼ਾ ਦੇ ਆਧਾਰ 'ਤੇ ਆਪਾਂ ਇਹਨਾਂ ਨੂੰ ਰੀਆਰਗਨਾਈਜ਼ ਕਰੀਏ। ਹੁਣ ਉਹ ਰੀਆਰਗਨਾਈਜੇਸ਼ਨ ਦੇ ਵਿੱਚ ਕੀ ਸੀਗਾ ਕਿ ਜਿਵੇਂ ਸਪੋਜ਼ ਫੋਰ ਐਗਜ਼ਾਮਪਲ ਆਪਣੇ ਕੋਲ ਕੀ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਤਾਂ ਪੰਜਾਬੀ ਬੋਲਣ ਵਾਲੇ ਸੂਬੇ ਨੂੰ ਕੀ ਬਣਾ ਦਿਓ, ਪੰਜਾਬ ਬਣਾ ਦਿਓ। ਕਲੀਅਰ। ਦੂਸਰਾ ਕੀ ਹੈ, ਗੁਜਰਾਤੀ ਬੋਲਣ ਵਾਲੇ ਜਿਹੜਾ ਸੂਬਾ ਸੀਗਾ ਉਹਨੂੰ ਕੀ ਬਣਾ ਦਿਓ, ਉਹਨੂੰ ਗੁਜਰਾਤ ਬਣਾ ਦਿਓ, ਹੈ ਨਾ। ਤਾਂ ਇਹ ਕੀ ਕਿ ਲੈਂਗੁਏਜ ਬੇਸਿਸ 'ਤੇ ਜਿਹੜੀਆਂ ਸੀਗੀਆਂ ਸਟੇਟਸ ਬਣਾ ਲਈਆਂ ਜਾਣ। ਤਾਂ ਇਹਦੇ ਲਈ ਸਰਕਾਰ ਨੇ ਕੀ ਕੀਤਾ, ਸਰਕਾਰ ਨੇ ਇੱਕ ਕਮਿਸ਼ਨ ਬਣਾਇਆ
ਜਿਹਨੂੰ ਆਪਾਂ ਕੀ ਬੋਲਦੇ ਹਾਂ SK ਧਾਰ ਕਮਿਸ਼ਨ 1948 ਦੇ ਵਿੱਚ। ਉਹਨਾਂ ਨੇ ਕੀ ਕੀਤਾ ਕਿ ਉਹਨੇ ਚੈੱਕ ਕਰਕੇ ਕਮਿਸ਼ਨ ਦੇ ਨੂੰ ਕੀ ਜਿਹੜੀ ਰਿਸਪੌਂਸਿਬਿਲਿਟੀ ਦਿੱਤੀ, ਇਹ ਚੀਜ਼ ਪਤਾ ਕਰੋ, ਚੈੱਕ ਕਰੋ ਕਿ ਜਿਹੜੀ ਲੋਕਾਂ ਦੀ ਇਹ ਡਿਮਾਂਡ ਹੈ ਕਿ ਜਿਹੜੀ ਸਟੇਟ ਬਣਾਈ ਜਾਵੇ ਔਨ ਦਾ ਬੇਸਿਸ ਆਫ ਲੈਂਗੁਏਜ, ਕੀ ਇਹ ਜਾਇਜ਼ ਡਿਮਾਂਡ ਹੈ, ਇਹ ਚੀਜ਼ ਫਿਜ਼ੀਬਲ ਵੀ ਹੈ, ਪੋਸੀਬਲ ਹੈ, ਇਹ ਵੀ ਹੋ ਸਕਦਾ ਜਾਂ ਨਹੀਂ ਹੋ ਸਕਦਾ ਹੈ। ਤਾਂ ਹੁਣ ਇਸ ਕਮਿਸ਼ਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਆਪਣੇ ਕੋਲ ਕੀ ਦੀ ਰეკਮੈਂਡੇਸ਼ਨ ਕੀ ਆਈ। ਧਾਰ ਕਮਿਸ਼ਨ ਪਹਿਲੇ ਬਣੇ 1948 ਦੇ ਵਿੱਚ, ਫਿਰ ਉਹਦੀ ਰეკਮੈਂਡੇਸ਼ਨ ਕੀ ਆਈ, ਉਹਦੀ ਰეკਮੈਂਡੇਸ਼ਨ ਕੀ ਆਈ ਕਿ ਉਹਨੇ ਨਾ ਇਸ ਚੀਜ਼ ਨੂੰ ਡਿਨਾਈ ਕਰਤਾ, ਮਨਾ ਕਰਤਾ ਕਿ ਜਿਹੜੀ ਸਟੇਟਸ ਬਣਾਉਣੀ ਆ ਉਹਨੂੰ ਔਨ ਦਾ ਬੇਸਿਸ ਆਫ ਲੈਂਗੁਏਜ ਨਹੀਂ ਬਣਾਉਣੀ। ਫਿਰ ਉਹਦਾ ਬੇਸ ਕੀ ਰੱਖਣਾ ਆਪਾਂ, ਐਡਮਿਨਿਸਟ੍ਰੇਟਿਵ ਕਨਵੀਨੀਅੰਸ, ਕਿ ਉਹਨਾਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਜਿਹੜੀ ਹੋਣੀ ਚਾਹੀਦੀ ਹੈ ਉਹ ਆਸਾਨੀ ਨਾਲ ਹੋਣੀ ਚਾਹੀਦੀ ਹੈ, ਆਪਣੇ ਕੋਲ ਉਹ ਬੇਸ ਹੋਣਾ ਚਾਹੀਦਾ, ਨਾ ਕਿ ਕੋਈ ਭਾਸ਼ਾ ਹੋਣੀ ਚਾਹੀਦੀ ਹੈ। ਸੋ ਇਹਨਾਂ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਦਸੰਬਰ 1948 ਦੇ ਵਿੱਚ। ਹੁਣ ਜਦੋਂ ਇਹਨਾਂ ਨੇ ਭਾਸ਼ਾ ਦੇ ਆਧਾਰ 'ਤੇ ਮਨਾ ਕਰਤਾ ਤਾਂ ਲੋਕਾਂ ਦੇ ਵਿੱਚ ਹੋਰ ਗੁੱਸਾ ਪੈਦਾ ਹੋ ਗਿਆ, ਤਾਂ ਜ਼ਿਆਦਾ ਵਿਦਰੋਹ ਹੋਣ ਲੱਗ ਗਿਆ। ਫਿਰ ਕੀ ਹੋਇਆ ਕਿ ਫਿਰ ਕਾਂਗਰਸ ਨੇ ਇੱਕ ਆਪਣੀ ਕਮੇਟੀ ਬਣਾਈ। ਉਸ ਕਮੇਟੀ ਦਾ ਨਾਮ ਕੀ ਸੀਗਾ, JVP ਦਾ ਕੀ ਹੈ ਨਾਮ, ਕਿੱਥੋਂ ਲਿਆ ਗਿਆ। ਇਹ ਜਿਹੜੇ 3 ਕਮੇਟੀ ਮੈਂਬਰ ਸੀਗੇ, ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਐਂਡ ਪਿਤਾਜੀ ਸੀਤਾਰਮਈਆ, ਇਹਨਾਂ ਤਿੰਨਾਂ ਦੇ ਨਾਮ ਜਿਹੜੇ ਸੀਗੇ ਉਹ ਕਮੇਟੀ ਮੈਂਬਰ ਸੀਗੇ, ਤੇ ਤਿੰਨਾਂ ਦੇ ਨਾਮ ਦੇ ਆਧਾਰ 'ਤੇ ਆਪਣੇ ਕੋਲ ਕਮੇਟੀ ਕੀ ਬਣ ਗਈ, JVP ਕਮੇਟੀ। ਕਦੋਂ ਬਣੀ, 1948 ਦੇ ਵਿੱਚ। ਇਹਨਾਂ ਦਾ ਮੇਨ ਕੰਮ ਕੀ ਸੀਗਾ, ਇਹਨਾਂ ਨੇ ਵੀ ਐਗਜ਼ਾਮਿਨ ਕੀ ਕਰਨਾ ਸੀਗਾ, ਸੇਮ ਕੁਐਸਚਨ ਹੀ ਕਿ ਜਿਹੜੀ ਲੈਂਗੁਏਜ ਬੇਸਿਸ ਸਟੇਟ ਬਣਾਉਣੀ ਪੋਸੀਬਲ ਹੈ ਜਾਂ ਨਹੀਂ ਹੈ, ਜਾਂ ਬਣਾ ਲਈ ਜਾਏ ਜਾਂ ਨਾ ਬਣਾਈ ਜਾਏ। ਤਾਂ ਇਹਨਾਂ ਨੇ ਕੀ ਕੀਤਾ, ਹੁਣ ਇਹਨਾਂ ਦੀ ਰეკਮੈਂਡੇਸ਼ਨ, JVP ਕਮੇਟੀ ਦੀ ਰეკਮੈਂਡੇਸ਼ਨ ਕੀ ਆਈ ਹੈ ਅਪ੍ਰੈਲ 1949 ਦੇ ਵਿੱਚ। ਉਹਨਾਂ ਨੇ ਵੀ ਕੀ ਕਰਤਾ, ਇਹ ਆਈਡੀਆ ਕੀ ਕਰਤਾ, ਰਿਜੈਕਟ ਕਰਤਾ ਕਿ ਨਹੀਂ, ਭਾਸ਼ਾ ਦੇ ਆਧਾਰ 'ਤੇ ਨਹੀਂ ਸਟੇਟ ਬਣਨੀ ਚਾਹੀਦੀ। ਫਿਰ ਕੀ ਆਪਣੇ ਕੋਲ ਹੋਇਆ, ਕਿ 1953 ਅਕਤੂਬਰ ਦੇ ਵਿੱਚ ਆਪਣੇ ਕੋਲ ਇੱਕ ਪਹਿਲੀ ਸਟੇਟ ਬਣ ਗਈ ਹੈ ਭਾਸ਼ਾ ਦੇ ਆਧਾਰ 'ਤੇ। ਆਲਦੋ ਉਹਨਾਂ ਨੇ ਮਨਾ ਕੀਤਾ ਸੀਗਾ, ਪਰ ਫਿਰ ਵੀ ਆਪਣੇ ਕੋਲ 1953 ਦੇ ਵਿੱਚ ਪਹਿਲੀ ਸਟੇਟ ਬਣ ਗਈ ਹੈ ਔਨ ਦਾ ਬੇਸਿਸ ਆਫ ਲਿੰਗੁਇਸਟਿਕ ਬੇਸਿਸ 'ਤੇ। ਸਟੇਟ ਦਾ ਨਾਮ ਕੀ ਸੀ, ਆਂਧਰਾ ਸਟੇਟ, ਜਿਹਦਾ ਨਾਮ ਬਾਅਦ ਵਿੱਚ ਆਂਧਰਾ ਪ੍ਰਦੇਸ਼ ਰੱਖਿਆ ਗਿਆ। ਹੁਣ ਪੇਪਰ ਦੇ ਵਿੱਚ ਕੁਐਸਚਨ ਕੀ ਆਏਗਾ ਕਿ ਪਹਿਲੀ ਸਟੇਟ ਕਿਹੜੀ ਬਣੀ ਜਿਹੜੀ ਭਾਸ਼ਾ ਦੇ ਆਧਾਰ 'ਤੇ ਬਣੀ, ਉਹ ਕੀ ਹੋਏਗੀ, ਆਂਧਰਾ ਸਟੇਟ। ਕਦੋਂ ਬਣੀ, 1953 ਦੇ ਵਿੱਚ। ਔਰ ਬਣੀ ਕੀ ਹੈ, ਇਹਨੇ ਕੀ ਕਰਨਾ, ਜਿਹੜੇ ਤੇਲਗੂ ਸਪੀਕਿੰਗ ਸੀਗਾ ਏਰੀਆ ਮਦਰਾਸ ਸਟੇਟ ਦਾ, ਉਹਨੂੰ ਸੈਪਰੇਟ ਕਰਤਾ ਔਰ ਉਹਨਾਂ ਨੂੰ ਨਾਮ ਕੀ ਦਿੱਤਾ, ਆਂਧਰਾ ਦਾ, ਤੇਲਗੂ ਸਪੀਕਿੰਗ ਏਰੀਆ। ਇਹਦਾ ਮਤਲਬ ਕਿ ਭਾਸ਼ਾ ਦੇ ਆਧਾਰ 'ਤੇ ਇੱਕ ਸਟੇਟ ਆਪਣੇ ਕੋਲ 1953 ਅਕਤੂਬਰ ਦੇ ਵਿੱਚ ਪਹਿਲੀ ਸਟੇਟ ਬਣ ਗਈ ਹੈ। ਹੁਣ ਜਦੋਂ ਇੱਕ ਸਟੇਟ ਬਣ ਗਈ ਹੈ ਤਾਂ ਡੈਫੀਨੇਟਲੀ ਇਹ ਚੀਜ਼ ਓਬਵੀਅਸ ਜੀ ਗੱਲ ਹੈ ਕਿ ਬਾਕੀ ਸਟੇਟਸ ਵੀ ਰੌਲਾ ਪਾਉਣਗੇ, ਜਾਂ ਬਾਕੀ ਲੋਕ ਵੀ ਜਿਹੜੇ ਹੈਗੇ ਆ ਉਹ ਵੀ ਰੌਲਾ ਪਾਉਣਗੇ, ਉਹ ਵੀ ਕਹਿਣਗੇ ਕਿ ਸਾਡੀ ਜਿਹੜੀ ਭਾਸ਼ਾ ਦੇ ਆਧਾਰ 'ਤੇ ਸਟੇਟ ਬਣਾਓ। ਹੁਣ ਜਦੋਂ ਰੌਲਾ ਇੰਨਾ ਜ਼ਿਆਦਾ ਵੱਧ ਗਿਆ ਤਾਂ ਗੌਰਮੈਂਟ ਨੂੰ ਇੱਕ ਹੋਰ ਕਮਿਸ਼ਨ ਜਿਹੜਾ ਬਣਾਉਣਾ ਪਿਆ, ਕੌਂਸਟੀਟਿਊਟ ਕਰਨਾ ਪਿਆ। ਉਸ ਕਮਿਸ਼ਨ ਦਾ ਨਾਮ ਕੀ ਸੀਗਾ, ਫਜ਼ਲ ਅਲੀ ਕਮਿਸ਼ਨ। ਫਜ਼ਲ ਅਲੀ ਕੌਣ ਸੀਗਾ, ਇਹਦੇ 'ਚ ਚੇਅਰਮੈਨ ਸੀਗਾ, ਜਿਹਦੇ 2 ਹੋਰ ਮੈਂਬਰ ਸੀਗੇ, ਇਹ ਵੀ ਕਈ ਵਾਰ ਐਗਜ਼ਾਮ ਦੇ ਵਿੱਚ ਆ ਜਾਂਦਾ ਹੈ, ਇੱਕ KM ਪਨੀਕਰ ਔਰ ਦੂਸਰਾ HN ਕੁੰਜ਼ਰੂ। ਇਹ ਤਿੰਨੋਂ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ, ਕਮਿਸ਼ਨ ਬਣਾਇਆ ਗਿਆ। ਉਹਨਾਂ ਦਾ ਵੀ ਕੰਮ ਕੀ ਸੀਗਾ, ਇਸੇ ਚੀਜ਼ ਨੂੰ ਐਗਜ਼ਾਮਿਨ ਕਰਨਾ ਕਿ ਜਿਹੜਾ ਹੈਗਾ ਗਾ ਲੈਂਗੁਏਜ ਬੇਸਿਸ 'ਤੇ ਸਟੇਟ ਬਣ ਸਕਦੀ ਹੈ, ਬਣਾਈ ਜਾਵੇ ਜਾਂ ਨਾ ਬਣਾਈ ਜਾਵੇ। ਹੁਣ ਜਿਹੜਾ ਫਜ਼ਲ ਅਲੀ ਕਮਿਸ਼ਨ ਆ, ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਵੀ ਆਪਣੀ ਰਿਪੋਰਟ ਜਿਹੜੀ ਸਬਮਿਟ ਕਰਾਈ ਸਤੰਬਰ 1955 ਦੇ ਵਿੱਚ ਸਬਮਿਟ ਕਰਵਾਤੀ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਇੱਕ ਬੜਾ ਡਰਾਸਟਿਕ ਚੇਂਜ ਲਿਆਂਦਾ। ਇਹਨਾਂ ਨੇ ਲੋਕਾਂ ਦੀ ਡਿਮਾਂਡ ਸੀ ਨਾ, ਉਹਨੂੰ ਐਕਸੈਪਟ ਕਰ ਲਿਆ ਕਿ ਹਾਂ ਜਿਹੜੀ ਸਟੇਟ ਹੈ ਉਹ ਭਾਸ਼ਾ ਦੇ ਆਧਾਰ 'ਤੇ ਬਣਾਈ ਜਾ ਸਕਦੀ ਹੈ ਜਾਂ ਬਣਾ ਲੈਣੀ ਚਾਹੀਦੀ ਹੈ। ਰੀਆਰਗਨਾਈਜੇਸ਼ਨ ਆਫ ਦਾ ਸਟੇਟ ਔਨ ਦਾ ਬੇਸਿਸ ਆਫ ਲੈਂਗੁਏਜ, ਇਹਨਾਂ ਨੇ ਇਸ ਚੀਜ਼ ਨੂੰ ਕੀ ਕਰਤਾ, ਯੈਸ ਕਰਤਾ ਸੀਗਾ। ਨਾਲ ਹੀ ਇਹਨਾਂ ਨੇ ਇੱਕ ਦੂਸਰੀ ਗੱਲ ਕੀ ਕਰਤੀ, ਪਰ ਕਹਿੰਦਾ ਇਹਦਾ ਇਹ ਮਤਲਬ ਨਹੀਂ ਹੈ ਵੀ ਜਿੰਨੀਆਂ ਭਾਸ਼ਾਵਾਂ ਨੇ ਉਨੀਆਂ ਸਟੇਟਸ ਬਣ ਜਾਣ। ਵਨ ਲੈਂਗੁਏਜ ਵਨ ਸਟੇਟ ਦਾ ਕੰਸੈਪਟ ਨੂੰ ਕੀ ਕਰਤਾ, ਮਨਾ ਕਰਤਾ। ਬਟ ਇਹ ਹੈ ਕਿ ਭਾਸ਼ਾ ਦੇ ਆਧਾਰ 'ਤੇ ਸਟੇਟ ਬਣਾ ਲੈਣੀ ਚਾਹੀਦੀ ਹੈ। ਪਲੱਸ ਉਹਦੇ 'ਚ ਹੋਰ ਕੀ ਕੀਤਾ, 3-4 ਹੋਰ ਕੰਡੀਸ਼ਨ ਲਾਤੀਆਂ ਕਿ ਅਗਰ ਤੁਸੀਂ ਲਿੰਗੁਇਸਟਿਕ ਬੇਸਿਸ 'ਤੇ ਕੋਈ ਸਟੇਟ ਬਣਾਉਣ ਜਾ ਰਹੇ ਹੋ ਤਾਂ ਇੱਕ ਇਹ ਚੀਜ਼ ਜ਼ਰੂਰ ਇਨਸ਼ੋਰ ਕਰ ਲਿਓ ਕਿ ਜਿਹੜੀ ਯੂਨਿਟੀ ਹੈ ਇੰਡੀਆ ਦੀ ਅਤੇ ਸਿਕਿਉਰਿਟੀ ਆਫ ਇੰਡੀਆ, ਇਹ ਦੋਨੋਂ ਤੁਹਾਡੀਆਂ ਵਾਇਓਲੇਟ ਨਹੀਂ ਹੋਣੀ ਚਾਹੀਦੀਆਂ। ਠੀਕ ਹੈ, ਯੂਨਿਟੀ ਬਣੀ ਰਹਿਣੀ ਚਾਹੀਦੀ ਹੈ। ਫਿਰ ਤਾਂ ਤੁਸੀਂ ਆਪਣੀ ਜਿਹੜੀ ਹੈਗੀ ਭਾਸ਼ਾ ਦੇ ਆਧਾਰ 'ਤੇ ਸਟੇਟ ਬਣਾ ਸਕਦੇ ਹੋ। ਦੂਸਰਾ ਉਹਨਾਂ ਨੇ ਕੀ ਕਿਹਾ ਕਿ ਅਗਰ ਭਾਸ਼ਾ ਦੇ ਆਧਾਰ 'ਤੇ ਤੁਸੀਂ ਇੱਕ ਸਟੇਟ ਬਣਾ ਰਹੇ ਹੋ ਇੱਕ ਕਮਿਊਨਿਟੀ ਦੇ ਨਾਲ, ਤਾਂ ਉਹ ਉਸ ਕਮਿਊਨਿਟੀ ਦੇ ਲਈ ਉਹਦੇ ਲਈ ਕੀ ਦੂਸਰੀ ਗੱਲ ਕੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੀ ਜਿਹੜੀ ਕਲਚਰਲ ਸਾਂਝ ਵੀ ਹੋਣੀ ਚਾਹੀਦੀ ਹੈ। ਭਾਸ਼ਾ ਵੀ ਸੇਮ ਹੋਵੇ ਔਰ ਉਹਨਾਂ ਦਾ ਕਲਚਰ ਵੀ ਸੇਮ ਹੋਵੇ, ਫਿਰ ਤੁਸੀਂ ਉਹਨਾਂ ਨੂੰ ਇੱਕ ਸਟੇਟ ਦੇ ਵਿੱਚ ਲੈ ਲਓ। ਤੀਸਰੀ ਗੱਲ ਇਹਨਾਂ ਨੇ ਨਾਲ ਹੋਰ ਕੀ ਕਹਤੀ ਆਪਾਂ ਨੂੰ ਕਿ ਉਹ ਚੀਜ਼ ਜਦੋਂ ਤੁਸੀਂ ਨਵੀਂ ਸਟੇਟ ਬਣਾਉਣ ਲੱਗੇ ਹੋ ਤਾਂ ਉਹ ਚੈੱਕ ਕਰ ਲਾਂਗੇ ਉਹ ਫਿਜ਼ੀਬਲ ਹੈ ਵੀ ਹੈ, ਫਾਈਨੈਂਸ਼ੀਅਲ ਵੀ ਫਿਜ਼ੀਬਲ ਹੈ।
ਠੀਕ ਹੈ। ਉਹਦੇ ਨਾਲ ਕਿਤੇ ਇਹ ਤਾਂ ਨਹੀਂ ਹੈ ਕਿ ਜਿਹੜਾ ਨੇਸ਼ਨ ਦੇ ਉੱਪਰ ਬਰਡਨ ਪੈ ਜਾਊਗਾ। ਦੂਸਰਾ ਕੀ ਹੈ ਕਿ ਉਹਦੇ 'ਚ ਐਡਮਿਨਿਸਟ੍ਰੇਸ਼ਨ ਪੋਸੀਬਲ ਹੈ। ਅਗਰ ਉਸ ਲੈਂਗੁਏਜ ਦੇ ਆਧਾਰ 'ਤੇ ਤੁਸੀਂ ਸਟੇਟ ਬਣਾ ਰਹੇ ਹੋ ਤਾਂ ਉੱਥੇ ਐਡਮਿਨਿਸਟ੍ਰੇਸ਼ਨ ਪੋਸੀਬਲ ਹੈ। ਅਗਰ ਇਹ ਚੀਜ਼ ਫਿਜ਼ੀਬਲ ਹੈ ਤਾਂ ਬਣਾ ਲਓ, ਫਿਰ ਕੋਈ ਦਿੱਕਤ ਨਹੀਂ ਹੈ। ਔਰ ਲਾਸਟ ਵਨ ਸਭ ਤੋਂ ਇੰਪੋਰਟੈਂਟ ਕੀ ਹੈ, ਉਹ ਕੀ ਕਹਿੰਦਾ ਜੀ, ਅਗਰ ਸਟੇਟ ਬਣਾਉਣੀ ਹੈ ਤਾਂ ਇਹਦਾ ਮੇਨ ਮੋਟਿਵ ਕੀ ਹੋਣਾ ਚਾਹੀਦਾ, ਵੈਲਫੇਅਰ ਹੋਣਾ ਚਾਹੀਦਾ ਹੈਗਾ, ਭਲਾ ਹੋਣਾ ਚਾਹੀਦਾ ਹੈਗਾ, ਲੋਕਾਂ ਦਾ ਭਲਾ ਹੋਣਾ ਚਾਹੀਦਾ, ਉਸ ਸਟੇਟ ਦਾ ਬੈਨੀਫਿਟ ਹੋਣਾ ਚਾਹੀਦਾ ਔਰ ਨੇਸ਼ਨ ਦਾ ਬੈਨੀਫਿਟ ਹੋਣਾ ਚਾਹੀਦਾ। ਮਤਲਬ ਮੇਨ ਫੋਕਸ ਤੁਹਾਡਾ ਕੀ ਹੋਣਾ ਚਾਹੀਦਾ, ਵੈਲਫੇਅਰ ਦੇ ਉੱਪਰ। ਇਹ ਨਾ ਹੋਵੇ ਕਿ ਸਟੇਟ ਤੁਸੀਂ ਬਣਾ ਦਿਓ ਔਰ ਲੋਕਾਂ ਦਾ ਉੱਥੇ ਨੁਕਸਾਨ ਹੋ ਜੇ। ਤੇ ਇਟ ਮੀਨਸ ਕੀ ਹੈ ਕਿ ਸਭ ਤੋਂ ਇੰਪੋਰਟੈਂਟ ਕੀ ਹੈ ਕਿ ਜਿਹੜੀ ਲੈਂਗੁਏਜ ਬੇਸਿਸ 'ਤੇ ਜਿਹੜੀ ਜਿਹਨੇ ਯੈਸ ਕੀਤੀ ਉਸ ਕਮਿਸ਼ਨ ਕਿਹੜਾ ਸੀਗਾ, ਫਜ਼ਲ ਅਲੀ ਕਮਿਸ਼ਨ। ਉਹਨਾਂ ਨੇ ਇਹ ਚੀਜ਼ ਨੂੰ ਐਕਸੈਪਟ ਕਰ ਲਿਆ ਸੀਗਾ। ਸੋ ਇਸ ਤੋਂ ਬਾਅਦ ਕੀ ਹੋਇਆ ਹੈਗਾ ਕਿ ਨਵੰਬਰ 1956 ਤੱਕ ਨਵੰਬਰ 1956 ਤੱਕ ਆਪਣੇ ਕੋਲ ਜਿਹੜੀਆਂ ਸਟੇਟਸ ਬਣ ਗਈਆਂ ਸੀਗੀਆਂ, ਉਹ ਕਿੰਨੀਆਂ ਸਟੇਟਸ ਬਣ ਗਈਆਂ ਸੀਗੀਆਂ, 14 ਸਟੇਟਸ ਅਤੇ 6 ਯੂਨੀਅਨ ਟੈਰੀਟਰੀਜ਼। 1956 ਤੱਕ 14 ਸਟੇਟਸ ਅਤੇ 6 ਯੂਨੀਅਨ ਟੈਰੀਟਰੀਜ਼ ਆਪਣੇ ਕੋਲੇ ਬਣ ਗਈਆਂ ਸੀਗੀਆਂ। ਹੁਣ ਇਹਦੇ 'ਚ ਇੱਕ ਯਾਦ ਰੱਖ ਲੈਣੀ ਹੈ ਕਿ ਜਿਹੜੇ ਆਪਣੇ ਜਿਵੇਂ ਐਡਜੁਆਇਨਿੰਗ ਹੈ ਹਿਮਾਚਲ ਪ੍ਰਦੇਸ਼ HP, ਤਾਂ ਉਹ ਸਟਾਰਟਿੰਗ ਦੇ ਵਿੱਚ ਆਪਣੇ ਕੋਲ ਕੀ ਬਣੀ ਸੀ, UT ਬਣੀ ਸੀਗੀ, ਉਹ ਸਟੇਟ ਨਹੀਂ ਸੀਗੀ। ਸਟੇਟ ਉਹਨੂੰ ਆਪਾਂ ਬਾਅਦ ਦੇ ਵਿੱਚ ਬਣਾਇਆ ਹੈਗਾ 1971 ਦੇ ਵਿੱਚ, UT ਤੋਂ ਸਟੇਟ। ਹੁਣ ਇਹਦੇ 'ਚ ਮੈਂ ਕੁਛ ਸਟੇਟਸ ਤੁਹਾਡੇ ਨਾਲ ਡਿਸਕਸ ਕਰਨ ਲੱਗਿਆ ਹੈਗਾ ਲਾਸਟ ਸਲਾਈਡ ਆਫ ਦਿਸ ਟੋਪਿਕ, ਠੀਕ ਹੈ। ਅਤੇ ਇਹਦੇ 'ਚ ਕੀ ਹੈ ਕਿ ਸਾਰੀਆਂ ਦੀਆਂ ਸਾਰੀਆਂ ਨਹੀਂ ਮੈਂ ਡਿਸਕਸ ਕੀਤੀਆਂ, ਬਟ ਜੋ ਇੰਪੋਰਟੈਂਟ ਹੈ ਜਾਂ ਜਸਟ ਤੁਹਾਨੂੰ ਇੱਕ ਆਈਡੀਆ ਦੇਣ ਦੇ ਲਈ ਉਹਨੂੰ ਮੈਂ ਡਿਸਕਸ ਕਰਨ ਲੱਗਿਆ। ਪਹਿਲੀ ਕੀ ਹੈ, ਮਹਾਰਾਸ਼ਟਰ ਐਂਡ ਗੁਜਰਾਤ ਆਪਣੇ ਕੋਲ ਕਿਵੇਂ ਬਣੀ। ਆਪਣੇ ਕੋਲ ਇੱਕ ਲਾਰਜ ਸਟੇਟ ਸੀਗੀ ਬੰਬੇ ਨੂੰ ਕੀ ਕੀਤਾ, ਵਾਈਫਰਗੇਟ ਕਰ ਲਿਆ। ਵਾਈਫਰਗੇਟ ਕੀਤਾ 1960 ਦੇ ਵਿੱਚ। ਜਿਹੜੇ ਮਰਾਠੀ ਬੋਲਦੇ ਏਰੀਆ ਸੀਗਾ ਉਹਨਾਂ ਦਾ ਕੀ ਬਣਾਤਾ, ਮਹਾਰਾਸ਼ਟਰ। ਦੂਸਰਾ ਜਿਹੜੇ ਗੁਜਰਾਤੀ ਬੋਲਦੇ ਏਰੀਆ ਸੀਗਾ ਉਹਨਾਂ ਦਾ ਕੀ ਬਣਾਤਾ, ਗੁਜਰਾਤ। ਇਹਦਾ ਮਤਲਬ 1960 ਦੇ ਵਿੱਚ ਇਹਨਾਂ ਨੂੰ ਆਪਾਂ ਵਾਈਫਰਗੇਟ ਕਰ ਲਿਆ ਦੋ ਸਟੇਟਸ ਦੇ ਵਿੱਚ। ਇੱਕ ਮਹਾਰਾਸ਼ਟਰ ਬਣ ਗਈ ਔਰ ਦੂਸਰੀ ਕੀ ਬਣ ਗਈ, ਗੁਜਰਾਤ ਬਣ ਗਈ। ਔਰ ਇਹ ਵਾਈਫਰਗੇਸ਼ਨ ਕਿਸ ਆਰਟੀਕਲ ਦੇ ਥਰੂ ਹੋ ਰਹੀ ਹੈ, ਆਰਟੀਕਲ 3, ਬਿਕੋਜ਼ ਆਪਾਂ ਇੱਕ ਵੱਡੀ ਸਟੇਟ ਨੂੰ ਤੋੜ ਕੇ ਇੱਕ ਨਵੀਂ ਸਟੇਟ ਬਣਾ ਰਹੇ ਹਾਂ। ਦੂਸਰੀ ਗੱਲ ਆ ਗਈ ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼। ਤੁਹਾਨੂੰ ਪਤਾ ਹੈ ਕਿ ਆਪਾਂ 18th ਅਮੈਂਡਮੈਂਟ ਪੜ੍ਹੀ ਹੈ ਪੁਰਾਣੇ ਲੈਕਚਰ ਦੇ ਵਿੱਚ। ਉਹ ਕਦੋਂ ਹੋਈ ਸੀ, 1966 ਦੇ ਵਿੱਚ। ਪੰਜਾਬ ਨੂੰ ਵਾਈਫਰਗੇਟ ਕਰਕੇ ਆਪਾਂ ਬਣਾ ਕੇ ਲਿਆ, ਹਰਿਆਣਾ ਬਣਾ ਲਿਆ ਸੀਗਾ ਔਰ ਦੂਸਰਾ ਕੀ ਬਣ ਗਿਆ, UT। ਜਦੋਂ ਹਰਿਆਣਾ ਬਣਿਆ ਤਾਂ 17ਵੀਂ ਸਟੇਟ ਬਣੀ ਸੀਗੀ ਔਰ ਉਸ ਤੋਂ ਬਾਅਦ ਕੀ ਹੈ, ਦੂਸਰਾ ਆਪਣੇ ਕੋਲ ਬਣ ਗਿਆ ਯੂਨੀਅਨ ਟੈਰੀਟਰੀ ਬਣ ਗਈ, ਉਹਦੇ ਵਿੱਚ ਇੱਕ ਚੰਡੀਗੜ੍ਹ। ਔਰ ਦੂਸਰਾ ਇਸ ਤੋਂ ਬਾਅਦ ਕੀ ਹੈ, 1966 ਤੋਂ ਬਾਅਦ 1971 ਦੇ ਵਿੱਚ ਆਪਣੇ ਕੋਲ ਕੀ ਹੋਇਆ, ਜਿਹੜੀ ਆਪਣੇ ਕੋਲ ਸਟਾਰਟਿੰਗ ਦੇ ਵਿੱਚ ਹਿਮਾਚਲ ਪ੍ਰਦੇਸ਼ ਜਿਹੜੀ ਸੀਗੀ ਯੂਨੀਅਨ ਟੈਰੀਟਰੀ ਸੀਗੀ, ਉਹਨੂੰ ਆਪਾਂ ਐਲੀਵੇਟ ਕਰਤਾ, ਉਹਨੂੰ ਕੀ ਕਰਤਾ, ਅੱਗੇ ਬਣਾਤਾ, ਸਟੇਟ ਬਣ ਗਈ। ਹੁਣ ਕਿੰਨੀ ਸਟੇਟ ਬਣ ਗਈ, 18ਵੀਂ ਸਟੇਟ। ਉਸ ਤੋਂ ਬਾਅਦ ਜਿਹੜੇ ਪੇਪਰ ਦੇ ਵਿੱਚ ਕਾਫੀ ਇੰਪੋਰਟੈਂਟ ਕੁਐਸਚਨ ਔਰ ਬਹੁਤ ਰਿਪੀਟਡਲੀ ਪੁੱਛਿਆ ਜਾਂਦਾ ਕਿ ਸਿੱਕਮ ਕਦੋਂ ਬਣੀ ਹੈ। ਸਿੱਕਮ ਕਿਹੜੀ ਅਮੈਂਡਮੈਂਟ ਦੇ ਨਾਲ ਬਣੀ ਹੈ, 36th ਅਮੈਂਡਮੈਂਟ ਦੇ ਨਾਲ 1975 ਦੇ ਵਿੱਚ। ਔਰ ਇਨੈਕਟਡ ਟੂ ਮੇਕ ਸਿੱਕਮ ਨੂੰ। ਅੱਛਾ, ਉਸ ਤੋਂ ਬਾਅਦ ਕੀ ਹੈ, ਕਿੰਨੀ ਸਟੇਟ ਬਣ ਗਈ ਹੈ ਆਪਣੇ ਕੋਲੇ, 22ਵੀਂ ਸਟੇਟ ਬਣ ਗਈ ਹੈ, ਠੀਕ ਹੈ। ਅਗੇਨ ਆਪਣੇ ਕੋਲ ਹੈਗੀ 26ਵੀਂ ਸਟੇਟ ਹੈਗੀ ਹੈ ਛੱਤੀਸਗੜ੍ਹ ਬਣੀ। ਕਿੱਥੋਂ ਆਪਾਂ ਇਹਨੂੰ ਵਾਈਫਰਗੇਟ ਕੀਤਾ, ਏਰੀਆ ਕਿੱਥੋਂ ਲਿਆ, ਮੱਧ ਪ੍ਰਦੇਸ਼ ਤੋਂ। ਉੱਤਰਾਖੰਡ ਨੂੰ 27th ਸਟੇਟ ਬਣ ਗਈ ਹੈ, ਏਰੀਆ ਕਿੱਥੋਂ ਲਿਆ, UP ਤੋਂ। ਝਾਰਖੰਡ 28th, ਏਰੀਆ ਕਿੱਥੋਂ ਲਿਆ, ਬਿਹਾਰ ਤੋਂ। ਉਸ ਤੋਂ ਬਾਅਦ ਇੱਕ ਬਣੀ ਆਪਣੇ ਕੋਲੇ, ਇਹ ਸਾਰੀਆਂ ਬਣੀਆਂ ਸੀਗੀਆਂ ਆਪਣੇ ਕੋਲੇ ਈਅਰ 2000 ਦੇ ਵਿੱਚ। ਇੱਕ ਆਪਣੇ ਕੋਲ ਬਣੀ ਤੇਲੰਗਾਨਾ, ਇਹ ਕਦੋਂ ਬਣੀ ਸੀਗੀ, 2014 ਤੋਂ। ਏਰੀਆ ਆਪਾਂ ਕਿੱਥੋਂ ਲਿਆ, ਆਂਧਰਾ ਪ੍ਰਦੇਸ਼ ਤੋਂ। ਕਿਹੜਾ ਆਰਟੀਕਲ, ਆਰਟੀਕਲ 3 ਹੋਇਆ ਨਾ ਇੱਥੇ ਇਨਵੋਕ, ਜਿਹੜਾ ਆਪਾਂ ਯੂਜ਼ ਕੀਤਾ ਹੈਗਾ। ਉਸ ਤੋਂ ਬਾਅਦ ਆਪਣੇ ਕੋਲ ਕੀ ਹੈ, ਹੁਣ ਐਟ ਪ੍ਰੈਜੈਂਟ ਵੀ ਹੈਵ 28 ਸਟੇਟਸ ਐਂਡ 8 ਯੂਨੀਅਨ ਟੈਰੀਟਰੀ। ਦੇਖੋ ਇੱਥੇ ਆਪਣੇ ਕੋਲ 28 ਔਰ ਇਹ ਕੀ ਬਣ ਗਈ 29th। ਫਿਰ ਕਿਹੜੀ ਸਟੇਟ ਖਤਮ ਹੋ ਗਈ, ਜੰਮੂ ਐਂਡ ਕਸ਼ਮੀਰ। ਕਦੋਂ ਖਤਮ ਹੋਈ ਆਪਣੇ ਕੋਲੇ, 2019 ਦੇ ਵਿੱਚ। ਇਹਨੂੰ ਕੀ ਕਰ ਲਿਆ, ਡਿਵਾਈਡ ਕਰਕੇ ਕੀ ਬਣਾ ਲਿਆ, ਦੋ ਆਪਣੇ ਕੋਲ ਯੂਨੀਅਨ ਟੈਰੀਟਰੀਜ਼ ਬਣ ਗਏ, ਜੰਮੂ ਐਂਡ ਕਸ਼ਮੀਰ ਟੈਰੀਟਰੀ, ਯੂਨੀਅਨ ਟੈਰੀਟਰੀ। ਔਰ ਦੂਸਰਾ ਕੀ ਬਣ ਗਿਆ, ਲਦਾਖ, ਠੀਕ ਹੈ। ਤਾਂ ਯੂਨੀਅਨ ਟੈਰੀਟਰੀਜ਼ ਆਪਣੇ ਕੋਲ ਕੀ ਹੋ ਗਈਆਂ ਨੇ, ਇਹ ਆਪਣੇ ਕੋਲ ਪਹਿਲੇ ਸੀਗੀਆਂ 7 ਤੋਂ ਬਾਅਦ 8 ਅਤੇ 1 9। ਆਪਣੇ ਕੋਲ ਹੁਣ ਹੈ ਕਿੰਨੀਆਂ ਨੇ ਐਟ ਪ੍ਰੈਜੈਂਟ, ਯੂਨੀਅਨ ਟੈਰੀਟਰੀਜ਼ ਹੈਗੀਆਂ ਨੇ ਆਪਣੇ ਕੋਲੇ 8। ਤਾਂ ਫਿਰ ਕਿਹੜੀ ਖਤਮ ਹੋਈ ਇਹਨਾਂ ਦੇ ਵਿੱਚੋਂ, ਇਹਨਾਂ 'ਚੋਂ ਬੇਸਿਕਲੀ ਖਤਮ ਨਹੀਂ ਹੋਈ। 2 ਜਨਵਰੀ 2020 ਦੇ ਵਿੱਚ ਇੱਕ ਯੂਨੀਅਨ ਟੈਰੀਟਰੀਜ਼ ਤੁਹਾਡੇ ਕੋਲ ਸੀਗੀ ਦਾਦਰਾ ਐਂਡ ਨਗਰ ਹਵੇਲੀ ਔਰ ਦੂਸਰੀ ਦਮਨ ਐਂਡ ਦਿਊ।
ਇਹਨਾਂ ਨੂੰ ਕੀ ਕੀਤਾ, ਦੋਨਾਂ ਨੂੰ ਮਰਜ ਕਰਤਾ, ਮਰਜ ਕਰਕੇ ਆਪਣੇ ਕੋਲ ਕੀ ਇੱਕ ਸਿੰਗਲ ਯੂਟੀ ਬਣ ਗਈ। ਸੋ ਐਟ ਪ੍ਰੈਜ਼ੈਂਟ ਵੀ ਹੈਵ 28 ਸਟੇਟਸ ਐਂਡ 8 ਯੂਨੀਅਨ ਟੈਰੇਟਰੀਜ਼। ਸੋ ਇਹ ਕੀ ਇੱਕ ਛੋਟਾ ਜਿਹਾ ਟੌਪਿਕ ਸੀਗਾ ਜਿਹੜਾ ਆਪਣਾ ਯੂਨੀਅਨ ਐਂਡ ਇਟਸ ਟੈਰੇਟਰੀਜ਼, ਜਿਸ 'ਚ ਆਪਾਂ ਡਿਸਕਸ ਕੀਤੇ ਆਰਟੀਕਲ 1 2 3 4। ਉਸ ਤੋਂ ਬਾਅਦ ਆਪਾਂ ਕਮਿਸ਼ਨ ਡਿਸਕਸ ਕੀਤੇ ਆ, ਦਾਰ ਕਮਿਸ਼ਨ ਹੋ ਗਿਆ, JVP ਕਮੇਟੀ ਹੋ ਗਈ, ਔਰ ਦੂਸਰਾ ਆਪਣੇ ਕੋਲ ਹੋ ਗਿਆ ਜਿਹੜਾ ਫਜ਼ਲ ਕਮਿਸ਼ਨ ਹੋ ਗਿਆ ਹੈ। ਠੀਕ ਹੈ, ਤਾਂ ਜਾਂ ਇਹਦੇ ਕੋਲ ਕੁਐਸਚਨ ਹੋਰ ਕੀ ਆਏਗਾ ਕਿ ਪੁੱਛ ਲੈਂਦਾ ਕਿ ਕਿਹੜੀ ਸਟੇਟ ਕਦੋਂ ਬਣੀ ਹੈ। ਠੀਕ ਹੈ, ਤੇ ਇਹ ਚੀਜ਼ਾਂ ਨੂੰ ਕਰੋਨੋਲੋਜੀਕਲ ਆਰਡਰ ਦੇ ਵਿੱਚ ਲਗਾ ਦਿੰਦੇ ਆ। ਸੋ ਇੱਕ ਛੋਟਾ ਜਿਹਾ ਟੌਪਿਕ ਸੀਗਾ, ਬਟ ਇਹਦੇ 'ਚ ਵੀ ਕਈ ਵਾਰ 1 2 ਕੁਐਸਚਨ ਬਣ ਜਾਂਦੇ ਆ, ਔਰ ਜਦੋਂ ਵੀ ਬਣਦੇ ਆ ਤਾਂ ਉਹ ਬੜੇ ਕਨਫਿਊਜ਼ਿੰਗ ਬਣਦੇ ਆ। ਜ਼ਿਆਦਾ ਪ੍ਰੋਬੇਬਿਲਿਟੀ ਹੁੰਦੀ ਹੈ ਕਿ ਉਹ ਕੁਐਸਚਨ ਗਲਤ ਹੀ ਹੁੰਦੇ ਆ। ਸੋ ਇਸ ਚੀਜ਼ ਨੂੰ ਵੀ ਬੜੇ ਧਿਆਨ ਨਾਲ ਪੜ੍ਹਨਾ ਹੈ ਤੁਸੀਂ। ਸੋ ਅਗਰ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਤਾਂ ਇਹਨੂੰ ਲਾਈਕ ਕਰੋ। ਜਿਹੜੇ ਬੱਚਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰੋ, ਅਤੇ ਇੱਕ ਕਮੈਂਟ ਜ਼ਰੂਰ ਕਰਿਆ ਕਰੋ। ਕਮੈਂਟ ਥੋੜ੍ਹਾ ਜਿਹਾ ਡਿਟੇਲਡ ਕਮੈਂਟ ਕਰਿਆ ਕਰੋ ਤਾਂ ਕਿ ਪਤਾ ਲੱਗੇ ਕਿ ਤੁਹਾਨੂੰ ਲੈਕਚਰ ਸਮਝ ਆ ਰਿਹਾ ਜਾਂ ਨਹੀਂ ਆ ਰਿਹਾ ਹੈਗਾ। ਠੀਕ ਹੈ, ਉਹਦੇ ਨਾਲ ਥੋੜ੍ਹੀ ਮੋਟੀਵੇਸ਼ਨ ਮਿਲਦੀ ਹੈ। ਥੈਂਕ ਯੂ ਵੈਰੀ ਮੱਚ।